ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ। ਫੋਨ ਦੀ ਘੰਟੀ ਵੱਜੀ। ਬੀਜੀ ਦਾ ਨੰਬਰ ਸੀ। ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ, ਨਾਲ ਹੀ ਰਾਹ ਭੁੱਲ ਕੇ ਜਾ ਵੜੀ। ਕਿੰਨੇ ਸਾਰੇ ਹੰਝੂਆਂ ਨਾਲ ਭਰ ਗਏ ਨੱਕ ਨੂੰ ਵੀ ਸਾਫ਼ ਕੀਤਾ। ਫਿਰ ਚਿਹਰੇ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ। ਅੱਗੋਂ ਆਖਣ ਲੱਗੀ, ਬੇਟਾ ਹਾਲ ਬਾਜ਼ਾਰ ਆਈ ਸੀ, ਸੋਚਿਆ ਤੇਰੇ ਵੱਲ ਹੁੰਦੀ ਜਾਵਾਂ। ਛੇਤੀ ਨਾਲ ਪੁੱਛਿਆ, ਕਿੰਨੀ ਕੁ ਦੇਰ ਲੱਗੂ ਤੁਹਾਨੂੰ? ਆਖਣ ਲੱਗੇ, ਅੱਧਾ ਘੰਟਾ ਹੋਰ ਲੱਗ ਜਾਣਾ ਹੈ। ਮਨ ਹੀ ਮਨ ਸ਼ੁਕਰ ਕੀਤਾ ਕਿ ਅਜੇ ਕੋਲ ਅੱਧਾ ਘੰਟਾ ਤੇ ਹੈ ਠੀਕ ਠਾਕ ਹੋਣ ਲਈ। ਫਿਰ ਧਿਆਨ ਛੇਤੀ ਨਾਲ ਆਸ-ਪਾਸ ਟੁੱਟੇ ਹੋਏ ਕਿੰਨੇ ਸਾਰੇ ਕੱਚ ਦੇ ਗਿਲਾਸਾਂ ਵੱਲ ਚਲਾ ਗਿਆ। ਆਸ-ਪਾਸ ਖਿਲਰੇ ਹੋਏ ਸਿਰਹਾਣੇ ਤੇ ਟਿਫਨ ਵਿੱਚੋਂ ਡੁੱਲੀ ਹੋਈ ਸਬਜ਼ੀ ਸਵੇਰੇ ਸਵੇਰੇ ਕਲੇਸ਼ ਦੇ ਰੂਪ 'ਚ ਆਈ ਸੁਨਾਮੀ ਦੀ ਮੂੰਹ ਬੋਲੀ ਤਸਵੀਰ ਪੇਸ਼ ਕਰ ਰਹੀ ਸੀ। ਸੁਰਤ ਨਿੱਕੀ ਹੁੰਦੀ ਵਾਲੇ ਬਚਪਨ ਦੇ ਦਿਨਾਂ ਵੱਲ ਚਲੀ ਗਈ। ਉਨੀ ਦੇਰ ਤੱਕ ਰੋਂਦੀ ਰਹਿੰਦੀ ਜਿੰਨੀ ਦੇਰ ਤੱਕ ਮਾਂ ਦਾ ਧਿਆਨ ਨਾ ਪੈ ਜਾਇਆ ਕਰਦਾ। ਜ਼ਿੱਦ ਜੋ ਪੁਕਾਉਣੀ ਹੁੰਦੀ ਸੀ, ਜਿੰਨਾ ਜ਼ਿਆਦਾ ਰੋਣ ਉਨਾ ਹੀ ਜ਼ਿਆਦਾ ਮੁਆਵਜ਼ਾ। ਫਿਰ ਸੋਚਾਂ ਦੀ ਘੁੰਮਣ ਘੇਰੀ 'ਚ ਪਈ ਦਾ ਧਿਆਨ ਫੋਨ ਦੀ ਘੜੀ ਤੇ ਜਾ ਪਿਆ। ਸਿਰਫ 10 ਮਿੰਟ ਹੀ ਰਹਿ ਗਏ ਸਨ। ਛੇਤੀ ਨਾਲ ਜੂੜਾ ਖੋਲ ਵਾਲ ਵਾਹੁਣ ਲੱਗ ਪਈ। ਅੱਜ ਹੱਸ ਕੇ ਜੋ ਵਿਖਾਉਣਾ ਸੀ ਜੰਮਣ ਵਾਲੀ ਨੂੰ। ਦਿਲ ਦੀ ਮਰੀਜ਼ ਅੱਜ ਕੱਲ੍ਹ ਮੇਰੇ ਚਿਹਰੇ ਤੇ ਸੁੱਕ ਗਏ ਹੰਝੂਆਂ ਦੇ ਨਿੱਕੇ ਮੋਟੇ ਨਿਸ਼ਾਨ ਤੱਕ ਵੀ ਬਿਲਕੁਲ ਬਰਦਾਸ਼ਤ ਨਹੀਂ ਕਰਿਆ ਕਰਦੀ। ਪਤਾ ਨਹੀਂ ਕੀ ਹੋ ਗਿਆ ਉਹਨੂੰ, ਸ਼ਾਇਦ ਬੁੱਢੀ ਹੋ ਗਈ ਏ। ਧੰਨਵਾਦ। ਕਹਾਣੀ। ਮੈਂ ਅਕਸਰ ਹੀ ਆਪਣੇ ਸਧਾਰਨ ਜਿਹੇ ਦਿਸਦੇ ਘਰ ਕਰਕੇ ਦੋਸਤਾਂ ਜਾਣਕਾਰਾਂ ਵਿੱਚ ਮਜ਼ਾਕ ਦਾ ਪਾਤਰ ਬਣਦਾ ਹੀ ਰਹਿੰਦਾ ਸੀ। ਇੱਕ ਦਿਨ ਉਸੇ ਘਰ ਦੇ ਬੂਹੇ ਤੇ ਬਿੜਕ ਹੋਈ। ਵੇਖਿਆ ਇੱਕ ਕੁੱਤਾ ਸੀ। ਜ਼ਰਾ ਜਿੰਨਾ ਪੁਚਕਾਰਿਆ ਤਾਂ ਝੱਟ ਅੰਦਰ ਲੰਘ ਆਇਆ। ਫਿਰ ਇੱਧਰ ਉੱਧਰ ਵੇਖਿਆ, ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ 'ਚ ਬੈਠ ਮਿੰਟਾਂ ਸਕਿੰਟਾਂ 'ਚ ਗੂੜੀ ਨੀਂਦਰ ਸੌਂ ਗਿਆ। 2 ਕੁ ਘੰਟੇ ਮਗਰੋਂ ਉੱਠਿਆ, ਆਕੜ ਜੀ ਲਈ, ਮੇਰੇ ਵੱਲ ਦੇਖ ਪੂਛ ਹਿਲਾਈ, ਫਿਰ ਕੰਨ ਨੀਵੇਂ ਜੇ ਕਰ ਧੰਨਵਾਦ ਜਿਹਾ ਕੀਤਾ ਤੇ ਬਾਹਰ ਨਿਕਲ ਗਿਆ। ਆਦਤਾਂ ਤੋਂ ਕਾਫੀ ਸੁਲਝਿਆ ਹੋਇਆ ਲੱਗਿਆ। ਅਗਲੇ ਦਿਨ ਠੀਕ ਉਸੇ ਵੇਲੇ ਇੱਕ ਵਾਰ ਫੇਰ ਹਰਕਤ ਹੋਈ। ਹੁਣ ਵੀ ਉਹੀ ਸੀ। ਦੁਮ ਹਿਲਾਉਂਦਾ ਅੰਦਰ ਲੰਘ ਆਇਆ। ਉਸੇ ਬਾਰੀ ਲਾਗੇ 2 ਘੰਟੇ ਸੁੱਤਾ ਤੇ ਫਿਰ ਚੁੱਪਚਾਪ ਬਾਹਰ ਨੂੰ ਤੁਰ ਗਿਆ। ਹੁਣ ਇਹ ਰੋਜ਼ ਦਾ ਵਰਤਾਰਾ ਬਣ ਗਿਆ। ਇੱਕ ਦਿਨ ਇੱਕ ਰੁੱਕਾ ਲਿਖ ਉਹਦੇ ਪਟੇ ਨਾਲ ਬੰਨ੍ਹ ਦਿੱਤਾ, ਤੁਸੀਂ ਜੋ ਵੀ ਹੋ ਕਿਸਮਤ ਵਾਲੇ ਹੋ, ਤੁਹਾਡਾ ਇਹ ਰੱਬ ਦਾ ਜੀ ਬੜਾ ਪਿਆਰਾ ਤੇ ਸਿਆਣਾ ਹੈ। ਮਿੱਥੇ ਟਾਈਮ ਤੇ ਦਸਤਕ ਦਿੰਦਾ ਹੈ, ਬੂਹਾ ਖੋਲ੍ਹਦਿਆਂ ਹੀ ਅੰਦਰ ਲੰਘ ਆਉਂਦਾ ਹੈ। 2 ਘੜੀਆਂ ਸੌਂ ਬਾਹਰ ਨਿਕਲ ਜਾਂਦਾ ਹੈ। ਸਮਝ ਨਹੀਂ ਆਉਂਦੀ ਕਿ ਇਹਦੇ ਮਨ 'ਚ ਹੈ ਕੀ। ਅਗਲੇ ਦਿਨ ਉਸੇ ਪਟੇ ਨਾਲ ਬੰਨੇ ਰੁੱਕੇ 'ਚ ਜਵਾਬ ਆ ਗਿਆ, ਭਾਜੀ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੈ ਸਾਡੇ ਘਰ, ਚੰਗਾ ਕਾਰੋਬਾਰ, ਚੰਗਾ ਰਿਜ਼ਕ ਹੈ, ਚੰਗੀਆਂ ਸੁੱਖ ਸਹੂਲਤਾਂ, ਪਰ ਇੱਕੋ ਚੀਜ਼ ਦੀ ਕਮੀ ਹੈ, ਸੁੱਖ ਸ਼ਾਂਤੀ ਦੀ। ਹਮੇਸ਼ਾ ਕਲੇਸ਼ ਪਿਆ ਰਹਿੰਦਾ ਹੈ। ਨਿੱਕੀ ਨਿੱਕੀ ਬਹਿਸ ਲੜਾਈ ਦਾ ਰੂਪ ਧਾਰ ਲੈਂਦੀ ਹੈ। ਫਿਰ ਮਾਰਨ ਮਰਾਉਣ ਦਾ ਸਿਲਸਿਲਾ ਦੇਰ ਤੱਕ ਚੱਲਦਾ ਰਹਿੰਦਾ ਹੈ। ਉਹ ਮੇਰੇ ਤੇ ਚੀਖਦੀ ਹੈ ਤੇ ਮੈਂ ਉਸ ਤੇ ਉਸ ਮਾਹੌਲ 'ਚ ਇਹ ਵਿਚਾਰਾ ਡਰ ਕੇ ਨੁੱਕਰੇ ਲੱਗਿਆ ਰਹਿੰਦਾ ਹੈ ਤੇ ਇਹਦੀ ਨੀਂਦ ਪੂਰੀ ਨਹੀਂ ਹੁੰਦੀ। ਸ਼ਾਇਦ ਇਸੇ ਲਈ ਤੁਹਾਡੇ ਘਰੇ ਆ ਜਾਂਦਾ ਹੈ। ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ ਵਾਲੀ ਬਜ਼ੁਰਗਾਂ ਦੀ ਆਖੀ ਕਹਾਵਤ ਯਾਦ ਕਰ ਹੀ ਰਿਹਾ ਸੀ ਕਿ ਨਜ਼ਰ ਰੁੱਕੇ ਤੇ ਲਿਖੀ ਆਖਰੀ ਲਾਈਨ ਤੇ ਜਾ ਪਈ, ਭਾਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਕਦੀ ਕਦੀ ਸਕੂਨ ਦੀਆਂ 2 ਘੜੀਆਂ ਕੱਟਣ ਮੈਂ ਵੀ ਇੱਧਰ ਆ ਜਾਇਆ ਕਰਾਂ। ਇਸ ਆਖਰੀ ਲਾਈਨ ਨੇ ਮੇਰੇ ਲੂੰ ਕੰਡੇ ਖੜੇ ਕਰ ਦਿੱਤੇ। ਮੱਲੋ ਮੱਲੀ ਮੇਰੇ ਦੋਵੇਂ ਹੱਥ ਉਸ ਉੱਪਰ ਵਾਲੇ ਦੇ ਸ਼ੁਕਰਾਨੇ 'ਚ ਜੁੜ ਗਏ। ਮੈਨੂੰ ਲੱਗਾ ਕਿ ਬਾਹਰੋਂ ਸਧਾਰਨ ਜਿਹਾ ਦਿਸਦਾ ਮੇਰਾ ਘਰ ਆਪਣੇ ਵਜੂਦ ਅੰਦਰ ਇੱਕ ਕੀਮਤੀ ਖਜ਼ਾਨਾ ਸਾਂਭੀ ਬੈਠਾ ਸੀ। ਦੋਸਤੋ, ਦੁਨੀਆ ਦਾ ਬੇਹੱਦ ਸੁਖੀ ਇਨਸਾਨ ਉਹ ਨਹੀਂ ਜਿਹਦੇ ਬੈਂਕ ਅਕਾਊਂਟ ਨੋਟਾਂ ਦੇ ਢੇਰਾਂ ਨਾਲ ਲਬਰੇਜ਼ ਹੋਣ, ਸਗੋਂ ਉਹ ਏ ਜਿਹਦੇ ਘਰ ਦੀ 4 ਦੀਵਾਰੀ ਅੰਦਰ ਦਿਨੇ ਰਾਤੀ ਸੁੱਖ ਸ਼ਾਂਤੀ ਨਾਮ ਦੀਆਂ 2 ਕੀਮਤੀ ਸ਼ੈਆਂ ਗਿੱਧਾ ਪਾਉਂਦੀਆਂ ਹੋਣ ਤੇ ਸਬਰ ਸੰਤੋਖ ਨਾਲ ਭਰੇ ਉਸ ਇਨਸਾਨ ਨੂੰ ਬਿਨਾਂ ਕਿਸੇ ਗੋਲੀ ਖਾਧਿਆਂ ਤੇ ਬਗੈਰ 2 ਪੈਗ ਪੀਤਿਆਂ ਰਾਤੀ ਗੂੜੀ ਨੀਂਦਰ ਆ ਜਾਂਦੀ ਹੋਵੇ। ਧੰਨਵਾਦ। ਕਹਾਣੀ। ਬਾਲੀਵੁੱਡ ਕਲਾਕਾਰ ਸਈਦ ਜਾਫਰੀ ਆਪਣੀ ਡਾਇਰੀ 'ਚ ਲਿਖਦਾ ਹੈ ਕਿ ਮਹਿਰੂਸੀਆ ਵਫਾਦਾਰ ਪਤਨੀ ਹੋਣ ਦੇ ਨਾਲ ਨਾਲ ਇੱਕ ਚੰਗੀ ਮਾਂ ਤੇ ਸਮਰਪਿਤ ਘਰੇਲੂ ਔਰਤ ਵੀ ਸੀ। ਖਾਸ ਕਰਕੇ ਉਸ ਵੱਲੋਂ ਬਣਾਏ ਖਾਣੇ ਦਾ ਤਾਂ ਕੋਈ ਜਵਾਬ ਹੀ ਨਹੀਂ ਸੀ ਹੁੰਦਾ। ਮੈਂ ਅੰਗਰੇਜ਼ੀ ਕਲਚਰ ਤੇ ਆਧੁਨਿਕ ਵਿਚਾਰਾਂ ਦਾ ਧਾਰਨੀ,
ਮਹਿਰੂਨੀਆਂ ਨੂੰ ਹਮੇਸ਼ਾ ਆਪਣੇ ਤਰੀਕਿਆਂ ਨਾਲ ਬਦਲਣ ਤੇ ਚਲਾਉਣ ਵਿੱਚ ਵਿਸ਼ਵਾਸ ਰੱਖਦਾ, ਪਰ ਹਮੇਸ਼ਾ ਹੱਸਦੀ ਰਹਿਣ ਵਾਲੀ ਉਹ ਬਦਲਣ ਦੀ ਜਗ੍ਹਾ ਹੌਲੀ-ਹੌਲੀ ਚੁੱਪ ਜਿਹੀ ਹੁੰਦੀ ਗਈ। ਇਹਨੇ ਨੂੰ ਮੇਰੀ ਇੱਕ ਸਹਿ ਅਭਿਨੇਤਰੀ ਨਾਲ ਨੇੜਤਾ ਵੱਧ ਗਈ ਤੇ ਮੈਂ ਰੂਸੀਆ ਨੂੰ 10 ਸਾਲਾਂ ਦੇ ਸਾਥ ਮਗਰੋਂ ਤਲਾਕ ਦੇ ਦਿੱਤਾ। ਨਵੀਂ ਪਤਨੀ ਨਾਲ ਕੁਝ ਦਿਨ ਰਹਿ ਕੇ ਅਹਿਸਾਸ ਹੋਣ ਲੱਗਾ ਕਿ ਉਹਦਾ ਧਿਆਨ ਬਣਨ ਫੱਬਣ ਵੱਲ ਜ਼ਿਆਦਾ ਤੇ ਸਾਡੇ ਆਪਸੀ ਰਿਸ਼ਤੇ ਵੱਲ ਘੱਟ ਸੀ। ਹੁਣ ਮੈਨੂੰ ਮਹਿਰੂਨਿਸਾ ਦੀ ਯਾਦ ਸਤਾਉਣ ਲੱਗੀ, ਪਰ ਹੁਣ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇੱਕ ਦਿਨ ਮੈਗਜ਼ੀਨ ਦੇ ਕਵਰ ਪੇਜ ਤੇ ਇੱਕ ਮਸ਼ਹੂਰ ਸ਼ੈਫ ਮਧੁਰ ਜਾਫਰੀ ਦੀ ਤਸਵੀਰ ਨੂੰ ਧਿਆਨ ਨਾਲ ਦੇਖਿਆ। ਪਤਾ ਲੱਗਾ ਕਿ ਇਹ ਤਾਂ ਮਹਿਰੂਨੀਆ ਸੀ। ਹੈਰਾਨ ਰਹਿ ਗਿਆ ਕਿ ਇੰਨਾ ਵੱਡਾ ਬਦਲਾਅ ਆਇਆ ਕਿੱਦਾਂ। ਖੈਰ, ਟਿਕਟ ਖਰਚ ਕੇ ਅਮਰੀਕਾ ਵਾਲੇ ਐਡਰੈਸ ਤੇ ਅੱਪੜ ਗਿਆ, ਪਰ ਉਹਨੇ ਮਿਲਣ ਤੋਂ ਨਾ ਕਰ ਦਿੱਤੀ। ਫਿਰ ਬੱਚਿਆਂ ਨਾਲ ਸੰਪਰਕ ਸਾਧਿਆ, ਤਰਲਾ ਮਿੰਨਤਾਂ ਕੀਤੀਆਂ। ਬਸ ਇੱਕ ਵਾਰ ਅਖੀਰ ਉਹਨਾਂ ਮਾਂ ਨੂੰ ਮਨਾ ਹੀ ਲਿਆ। ਆਤਮ ਵਿਸ਼ਵਾਸ ਨਾਲ ਭਰੀ, ਪੂਰੀ ਤਰ੍ਹਾਂ ਬਦਲੀ ਹੋਈ ਉਹ ਆਪਣੇ ਨਵੇਂ ਪਤੀ ਨਾਲ ਮਿਲਣ ਆਈ। ਬੱਚਿਆਂ ਨੇ ਦੱਸਿਆ ਕਿ ਨਵੇਂ ਬਾਪ ਨੇ ਸਾਨੂੰ ਬਹੁਤ ਪਿਆਰ ਦਿੱਤਾ, ਸਾਡੀ ਮਾਂ ਤੇ ਆਪਣੀ ਮਰਜ਼ੀ ਨਹੀਂ ਥੋਪੀ, ਭਾਵਨਾਵਾਂ ਦਾ ਖਿਆਲ ਰੱਖਿਆ, ਉਹਨੂੰ ਉਸੇ ਰੂਪ 'ਚ ਹੀ ਵਧਣ ਫੁੱਲਣ ਵਿੱਚ ਉਤਸ਼ਾਹਿਤ ਕੀਤਾ ਜਿਸ ਤਰ੍ਹਾਂ ਉਹ ਚਾਹੁੰਦੀ ਸੀ। ਤੇ ਫਿਰ ਪਤਾ ਹੀ ਨਹੀਂ ਲੱਗਾ ਕਦੋਂ ਉਹ ਵਿਸ਼ਵ ਪ੍ਰਸਿੱਧ ਸੈਲੀਬ੍ਰਿਟੀ ਬਣ ਗਈ। ਦੋਸਤੋ, ਇਹ ਤਾਂ ਸੀ ਮਨਜੋਤ ਵੀਰ ਦੇ ਪੇਜ ਤੋਂ ਪੜ੍ਹੀ ਕਹਾਣੀ ਦਾ ਸੰਖੇਪ ਰੂਪ, ਪਰ ਇਸ ਨਾਲ ਸੰਬੰਧਿਤ ਕੁਝ ਅੱਖੀਂ ਵੇਖੇ ਖਾਕੇ ਸਾਂਝੇ ਕਰਨਾ ਚਾਹੁੰਦਾ। ਇੱਕ ਵਾਕਿਫ ਘਰ ਨਵਾਂ ਵਿਆਹ ਹੋਇਆ, ਘਰ ਦੀ ਡਾਕਟਰ ਸਪੈਸ਼ਲ ਛੁੱਟੀ ਲੈ ਕੇ ਹਸਪਤਾਲ ਛਾਪਾ ਜਿਹਾ ਮਾਰਿਆ ਕਰੇ ਕਿ ਕਿਹਦੇ ਨਾਲ ਗੱਲਾਂ ਕਰਦੀ, ਕਿਹਦੀ ਨਬਜ਼ ਚੈੱਕ ਕਰਦੀ, ਅਗਲੀ ਘੁੱਟਣ ਮਹਿਸੂਸ ਕਰਿਆ ਕਰੇ। ਅਖੀਰ ਉਹੀ ਗੱਲ ਹੋਈ, 6 ਮਹੀਨਿਆਂ 'ਚ ਤਲਾਕ। ਮੁੜ ਕੇ ਆਖਿਆ ਕਰੇ, ਯਾਰ ਗਲਤੀ ਹੋ ਗਈ। ਇੱਕ ਹੋਰ ਨਵੀਂ ਵਿਆਹੀ ਨੂੰ ਚੁਬਾਰੇ ਤੇ ਹੀ ਨਾ ਚੜਨ ਦਿਆ ਕਰੇ, ਆਖੇ ਮਾਹੌਲ ਖਰਾਬ ਏ, ਇੱਥੇ ਵੀ ਨਿੱਤ ਦਿਹਾੜੇ ਦਾ ਕਲੇਸ਼। ਇੱਕ ਹੋਰ ਪੜ੍ਹੀ ਲਿਖੀ ਬਿਜ਼ਨਸ 'ਚ ਚੰਗਾ ਭਲਾ ਹੱਥ ਵਟਾਉਂਦੀ ਨੂੰ ਜਦੋਂ ਕੋਈ ਫੋਨ ਆ ਜਾਇਆ ਕਰਦਾ ਤਾਂ ਨਾਲ ਦੇ ਕੰਨ ਖੜੇ ਹੋ ਜਾਂਦੇ ਕਿ ਕਿਸਨੇ ਫੋਨ ਕੀਤਾ। ਹਾਰ ਕੇ ਘਰੇ ਚੁੱਲ੍ਹੇ ਚੌਕੇ ਤੇ ਬਿਠਾਤੀ। ਇੱਕ ਹੋਰ ਮੂੰਹ ਮੱਥੇ ਲੱਗਦੀ ਨੂੰ ਸਿਰਫ ਇਸ ਕਰਕੇ ਘਰੇ ਬਿਠਾ ਦਿੱਤਾ ਗਿਆ ਕਿ ਰੱਬ ਦਾ ਦਿੱਤਾ ਬਹੁਤ ਕੁਝ ਏ, ਕੋਈ ਲੋੜ ਨਹੀਂ ਨੌਕਰੀ ਕਰਨ ਦੀ। ਇੱਕ ਨੂੰ ਸਿਰਫ ਇਸ ਕਰਕੇ ਨਾਲ ਦੀ ਨਾਲ ਈਰਖਾ ਹੋ ਗਈ ਕਿਉਂਕਿ PCS ਦਾ ਪੇਪਰ ਦੋਵਾਂ ਨੇ ਇਕੱਠਿਆਂ ਦਿੱਤਾ, ਆਪ ਤੇ ਰਹਿ ਗਿਆ, ਨਾਲ ਦੀ ਨਿਕਲ ਗਈ। ਸੋ ਦੋਸਤੋ, ਜੇ ਸਫਲ ਇਨਸਾਨ ਪਿੱਛੇ ਇੱਕ ਔਰਤ ਦੀ ਪ੍ਰੇਰਨਾ ਕੰਮ ਕਰਦੀ ਹੈ ਤਾਂ ਇੱਕ ਔਰਤ ਵੀ ਬੁਲੰਦੀਆਂ ਤੇ ਪੁੱਜ ਸਕਦੀ ਹੈ ਜੇ ਨਾਲ ਦਾ ਈਰਖਾ ਤੇ ਸਾੜੇ ਵਾਲਾ ਭੇਸ ਉਤਾਰ ਕੇ ਕੋਈ ਐਸਾ ਕਾਰਗਰ ਤੇ ਸੁਖਾਵਾਂ ਜਿਹਾ ਮਾਹੌਲ ਸਿਰਜ ਲਵੇ ਜਿਹਦੀਆਂ ਨੀਹਾਂ ਆਪਸੀ ਇਤਬਾਰ ਤੇ ਭਰੋਸੇ ਤੇ ਟਿਕੀਆਂ ਹੋਣ। ਧੰਨਵਾਦ। ਕਹਾਣੀ। ਧੁੱਪੇ ਤੁਰੇ ਜਾਂਦੇ ਨੂੰ ਚੱਕਰ ਆਇਆ, ਉੱਥੇ ਹੀ ਬੈਠ ਗਿਆ। ਹੱਥ ਫੜੀ ਪਾਣੀ ਦੀ ਬੋਤਲ ਅੱਧੀ ਮੁਕਾ ਦਿੱਤੀ। ਬੇਧਿਆਨੀ 'ਚ ਹੀ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ, ਆਖਿਆ ਸਿਰ ਤੇ ਛਤਰੀ ਤਾਣ ਦੇਵੇ। 20 ਲੱਖ ਦੀ ਗੱਡੀ ਵਾਲਾ ਅੱਜ ਮਾਮੂਲੀ ਰਿਕਸ਼ੇ ਵਿੱਚ ਕੋਈ ਵੇਖੂ ਤੇ ਕੀ ਆਖੂ। ਰਹਿ ਕੇ ਏਜੰਸੀ ਵਾਲਿਆਂ ਤੇ ਗੁੱਸਾ ਆ ਰਿਹਾ ਸੀ। ਸਿਰਫ 2 ਕਿਸ਼ਤਾਂ ਟੁੱਟਣ ਤੇ ਭਲਾ ਗੱਡੀ ਕਿੱਦਾਂ ਲਿਜਾ ਸਕਦੇ ਆ। ਰਿਕਸ਼ੇ ਅੰਦਰ ਬੈਠਿਆਂ ਕਿੰਨੀਆਂ ਗੱਲਾਂ ਦਿਮਾਗ 'ਚ ਘੁੰਮ ਗਈਆਂ। ਲਾਕਡਾਊਨ, GDP, ਘਰ ਦੀਆਂ ਕਿਸ਼ਤਾਂ, ਪਲਾਟ ਤੇ ਲਿਮਿਟ, ਕਰਜ਼ੇ ਦਾ ਵਿਆਜ, ਨਿਆਣਿਆਂ ਦੀ ਪੜ੍ਹਾਈ, ਵਧੇ ਹੋਏ ਖਰਚੇ, ਹੋਰ ਵੀ ਕਿੰਨਾ ਕੁਝ। ਕੋਲੋਂ ਲੰਘਦੇ ਲੋਕ ਮੇਰਾ ਮਜ਼ਾਕ ਉਡਾਉਂਦੇ ਲੱਗ ਰਹੇ ਸਨ। ਉੱਤੋਂ ਰਿਕਸ਼ੇ ਵਾਲੇ ਵੱਲੋਂ ਗਾਇਆ ਜਾ ਰਿਹਾ ਗੀਤ। ਮੈਂ ਗੁੱਸੇ ਵਿੱਚ ਉਹਨੂੰ ਪੈ ਨਿਕਲਿਆ। ਬੰਦ ਕਰ ਓਏ, ਇਹ ਪਿਓ ਵਾਲਾ ਮਾਣਕ, ਇੱਥੇ ਜ਼ਿੰਦਗੀ ਦੀ ਵਾਟ ਲੱਗੀ ਪਈ ਹੈ, ਤੈਨੂੰ ਗੀਤ ਔੜ ਰਹੇ ਨੇ। ਉਹਨੇ ਬ੍ਰੇਕ ਮਾਰ ਲਈ। ਆਖੇ ਭਾਊ, ਇਹ ਮੇਰਾ ਰਿਕਸ਼ਾ ਹੈ, ਮੇਰੀ ਮਰਜ਼ੀ, ਗੀਤ ਗਾਵਾਂ ਜਾਂ ਚੁੱਪ ਰਹਾਂ। ਜੇ ਚੰਗਾ ਨਹੀਂ ਲੱਗਦਾ ਤਾਂ ਇੱਥੋਂ ਉਤਰ ਜਾ, ਬੇਸ਼ੱਕ ਪੈਸੇ ਵੀ ਨਾ ਦੇਈਂ। ਮੇਰਾ ਮੱਥਾ ਠਣਕਿਆ। ਜੇ ਇਹਨੇ ਇੱਥੇ ਲਾ ਦਿੱਤਾ ਤਾਂ ਸਿਖਰ ਦੁਪਹਿਰੇ ਹੋਰ ਕੁਝ ਮਿਲਣਾ ਵੀ ਨਹੀਂ। ਉੱਤੋਂ ਕਿਸੇ ਵੇਖ ਲਿਆ ਤਾਂ ਤਮਾਸ਼ਾ ਵੱਖ ਬਣੂ। ਮੈਂ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਉਹਨੇ ਇੱਕ ਵਾਰ ਫੇਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ। ਸਾਰੀ ਉਮਰ ਗਵਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ 'ਚੋਂ ਖੱਟਿਆ। ਫਿਰ ਸਹਿ ਸੁਭਾਈ ਮੈਨੂੰ ਇੱਕ ਸਵਾਲ ਕਰ ਦਿੱਤਾ, ਸਰਦਾਰ ਜੀ ਤੁਹਾਡਾ ਨਾਮ ਕੀ ਹੈ? ਆਖਿਆ ਸੰਤੋਖ ਸਿੰਘ। ਉੱਚੀ ਉੱਚੀ ਹੱਸ ਪਿਆ। ਆਖੇ ਘਰਦਿਆਂ ਗਲਤ ਨਾਮ ਰੱਖ ਦਿੱਤਾ। ਇੰਨਾ ਗੁੱਸਾ, ਐਡੀ ਬੇਸਬਰੀ। ਸਬਰ, ਸੰਤੋਖ ਤੇ ਨਿਮਰਤਾ ਬੜੀਆਂ ਵੱਡੀਆਂ ਸ਼ੈਆਂ ਹੁੰਦੀਆਂ। ਬਾਣੀ ਪੜ੍ਹਿਆ ਕਰੋ ਸਰਦਾਰ ਜੀ, ਫੇਰ ਵੇਖਿਓ ਜਿਹੋ ਜਿਹਾ ਨਾਮ ਉਹੋ ਜਿਹੀ ਸੀਰਤ ਨਾ ਬਣ ਗਈ ਤਾਂ ਮੈਨੂੰ ਫੜ ਲਿਆ ਜੇ। ਹੁਣ ਤੱਕ ਮੈਨੂੰ ਉਸ ਤੇ ਗੁੱਸਾ ਆਉਣਾ ਬਿਲਕੁਲ ਹੀ ਬੰਦ ਹੋ ਗਿਆ। ਪੁੱਛਿਆ ਤੇਰਾ ਟੱਬਰ?
ਆਖਣ ਲੱਗਾ ਜੀ 6 ਮਹੀਨੇ ਹੋਏ। ਨਾਲ ਦੀ ਤੇ ਨਿੱਕਾ ਪੁੱਤ ਸੌਣ ਮਹੀਨੇ ਸੁੱਤੇ ਪਿਆਂ ਤੇ ਕੋਠਾ ਆਣ ਪਿਆ। ਦੋਵੇਂ ਥਾਈਂ ਮੁੱਕ ਗਏ। ਸਿਰਫ 7 ਮਹੀਨੇ ਦੀ ਧੀ ਹੀ ਬਚੀ ਏ। ਮਗਰ ਪੰਘੂੜੇ 'ਚ ਸੁੱਤੀ ਰਹਿੰਦੀ ਏ, ਕਦੇ ਰੋਂਦੀ ਨਹੀਂ। ਬਸ ਜਦੋਂ ਭੁੱਖ ਲੱਗਦੀ ਉਦੋਂ ਥੋੜੇ ਬਹੁਤ ਹੱਥ ਪੈਰ ਜ਼ਰੂਰ ਮਾਰਨ ਲੱਗ ਜਾਂਦੀ ਏ। ਮੈਂ ਮਗਰ ਭੌਂ ਕੇ ਵੇਖਿਆ, ਉਹ ਵਾਕਈ ਲਮਕਦੇ ਪੰਘੂੜੇ 'ਚ ਆਰਾਮ ਨਾਲ ਸੁੱਤੀ ਪਈ ਸੀ। ਪੁੱਛਿਆ, ਇਹਨੂੰ ਘਰੇ ਕਿਉਂ ਨਹੀਂ ਛੱਡ ਕੇ ਆਉਂਦਾ? ਆਖਣ ਲੱਗਾ ਜੀ ਸਮਾਂ ਬੜਾ ਭਿਆਨਕ ਆ। ਗਲੀ ਗਲੀ ਅਵਾਰਾ ਭੇੜੀਏ ਤੁਰੇ ਫਿਰਦੇ ਆ, 6 ਮਹੀਨਿਆਂ ਦੀਆਂ ਨੂੰ ਵੀ ਨਹੀਂ ਬਖਸ਼ਦੇ। ਫਿਰ ਉਹ ਕਿੰਨੇ ਚਿਰ ਤੱਕ ਗੱਲਾਂ ਕਰੀ ਗਿਆ। ਇੰਨੇ ਨੂੰ ਮੋੜ ਆ ਗਿਆ। ਉਹਨੇ ਰਿਕਸ਼ਾ ਰੋਕ ਦਿੱਤਾ। 100 ਚੋਂ 25 ਵਾਪਸ ਮੋੜਨ ਲੱਗਾ ਤਾਂ ਆਖਿਆ, ਰੱਖ ਲੈ ਯਾਰ, ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ। ਆਖਣ ਲੱਗਾ, ਸਰਦਾਰ ਜੀ, ਗੁਰੂ ਰਾਮਦਾਸ ਦੀ ਨਗਰੀ 'ਚ ਕੀਤੀ ਮਿਹਨਤ ਤੋਂ ਵੱਧ ਪੈਸੇ ਹਜ਼ਮ ਕਰਨੇ ਬੜੇ ਔਖੇ ਆ। ਮੈਂ ਨਹੀਂ ਰੱਖ ਸਕਦਾ। ਬਕਾਇਆ ਜੇਬ 'ਚ ਪਾਉਂਦੇ ਹੋਏ ਦਾ ਧਿਆਨ ਅਜੇ ਵੀ ਉਹਦੇ ਗਾਏ ਗਾਣੇ ਵੱਲ ਹੀ ਸੀ। ਦੁਨੀਆ ਕਰਦੀ ਮਾਇਆ ਮਾਇਆ, ਮਾਇਆ ਹੈ 2 ਪਲ ਦੀ ਛਾਇਆ, ਹੋਸ਼ ਭੁਲਾ ਲਈ ਤੂੰ ਜਿੰਦੜੀਏ, ਕੁਝ ਨਾ ਜਹਾਨ 'ਚੋਂ ਖੱਟਿਆ। ਇੰਜ ਲੱਗਾ ਜਿੱਦਾਂ ਮੁੱਕ ਗਏ ਨੂੰ ਜ਼ਿੰਦਗੀ ਜਿਉਣ ਦਾ ਇੱਕ ਟੋਟਕਾ ਦੇ ਗਿਆ ਹੋਵੇ। ਸਭ ਕੁਝ ਗਵਾ ਕੇ ਵੀ ਚੜ੍ਹਦੀ ਕਲਾ 'ਚ ਰੱਖਣ ਵਾਲਾ ਇੱਕ ਕੀਮਤੀ ਟੋਟਕਾ। ਫਿਰ ਮੇਰਾ ਧਿਆਨ ਆਪਣੇ ਆਪ ਤੇ ਕੇਂਦਰਿਤ ਹੋ ਗਿਆ। ਇਸ ਹਿਸਾਬ ਨਾਲ ਤੇ ਫਿਰ ਮੇਰਾ ਕੁਝ ਵੀ ਨਹੀਂ ਸੀ ਗਵਾਚਿਆ। ਸਭ ਕੁਝ ਹੀ ਸਹੀ ਸਲਾਮਤ ਸੀ, ਮੁੱਲ ਵਿਕਦੇ ਕੁਝ ਕੁ ਦੁਨਿਆਵੀ ਖਿਡੌਣਿਆਂ ਤੋਂ ਸਿਵਾਏ। ਭਾਵੇਂ ਉਹ ਕਦੋਂ ਦਾ ਅੱਖਾਂ ਤੋਂ ਓਹਲੇ ਹੋ ਗਿਆ ਸੀ, ਪਰ ਉਹਦੇ ਆਖੇ ਬੋਲ ਅਜੇ ਵੀ ਜ਼ਿਹਨ 'ਚ ਭੜਥੂ ਪਾ ਰਹੇ ਸਨ। ਸਰਦਾਰ ਜੀ, ਇਸ ਨਿੱਕੀ ਜਿਹੀ ਧੀ ਦੀ ਜ਼ਿੰਮੇਵਾਰੀ ਮੈਨੂੰ ਕਦੀ ਵੀ ਹੇਠਾਂ ਨਹੀਂ ਡਿੱਗਣ ਦਿੰਦੀ। ਸਗੋਂ ਜਦੋਂ ਕਦੇ ਵੀ ਮਨ ਡੋਲਣ ਜਿਹਾ ਲੱਗਦਾ ਹੈ ਤਾਂ ਇਸ ਵੱਲ ਵੇਖ ਲੈਣਾ, ਉਸੇ ਵੇਲੇ ਮੁੜ ਆਪਣੇ ਪੈਰਾਂ ਸਿਰ ਹੋ ਜਾਣਾ। ਦੋਸਤੋ, ਵਾਕਿਆ ਹੀ ਜ਼ਿੰਦਗੀ ਦੀਆਂ ਕੁਝ ਜ਼ਿੰਮੇਵਾਰੀਆਂ ਬੰਦੇ ਨੂੰ ਨਿਰਾਸ਼ਾ ਵਾਲੀ ਡੂੰਘੀ ਖੱਡ 'ਚ ਡਿੱਗਣ ਤੋਂ ਹਮੇਸ਼ਾ ਹੀ ਬਚਾਈ ਰੱਖਦੀਆਂ। ਖਾਲੀ ਹੱਥ ਆਏ ਸੀ, ਇੱਕ ਦਿਨ ਖਾਲੀ ਹੱਥ ਹੀ ਪਰਤ ਜਾਣਾ ਹੈ। ਵਕਤੀ ਧਰਮਸ਼ਾਲਾ ਵਿੱਚ ਠਹਿਰੇ ਹੋਇਆ ਹੋ ਗਈ ਕਿਸੇ ਊਚ ਨੀਚ ਤੋਂ ਘਬਰਾ ਕੇ ਦਿਲ ਨਾ ਛੱਡਿਆ ਕਰੋ। ਧੰਨਵਾਦ। ਕਹਾਣੀ। ਮੀਰਾ ਕੋਟ ਚੌਂਕ ਕੋਲ ਬਾਬਾ ਜੀ ਮਿਲ ਪਏ, ਸਬਜ਼ੀ ਵੇਚਦੇ। ਉਮਰ 80 ਕੁ ਸਾਲ, ਮਸਾਂ ਤੁਰ ਹੋਏ ਤਾਂ ਵੀ ਚੜ੍ਹਦੀ ਕਲਾ 'ਚ। ਨਾਲ ਦੀ 20 ਸਾਲ ਪਹਿਲਾਂ ਚਲੀ ਗਈ, ਹੁਣ ਸਬਜ਼ੀ ਵੇਚਣੀ ਪੈ ਗਈ। ਔਲਾਦ ਰੰਗ ਤਮਾਸ਼ਿਆਂ 'ਚ ਮਸਤ, ਮੇਰੇ ਜੋਗਾ ਟਾਈਮ ਹੈ ਨਹੀਂ। ਫਿਰ ਵੀ ਕੋਈ ਗਿਲਾ ਨਹੀਂ, ਸ਼ੁਕਰ ਹੈ ਉਸ ਮਾਲਕ ਦਾ। ਗਾਤਰਾ ਵਿਖਾਉਂਦੇ ਆਖਣ ਲੱਗੇ, ਤੜਕੇ ਨਿੱਤ ਨੇ ਮਗਰੋਂ ਮੰਡੀਓਂ ਸਬਜ਼ੀ ਚੁੱਕਦਾ, ਮੁੜ ਕੇ ਰੋਟੀ ਟੁੱਕ ਜੋਗਾ ਬਣਾ ਵਾਪਸ ਪਰਤ ਜਾਂਦਾ। ਹੋਰ ਵੀ ਕਿੰਨੀਆਂ ਹੀ ਗੱਲਾਂ ਕੀਤੀਆਂ। ਮੈਨੂੰ ਭਾਵੇਂ ਲੋੜ ਨਹੀਂ ਸੀ ਤਾਂ ਵੀ ਕਿੰਨੀ ਸਾਰੀ ਮੁੱਲ ਲੈ ਲਈ। ਬਕਾਇਆ ਮੋੜਨ ਪਰ ਨਾ ਲਿਆ। ਫਿਰ ਉਸੋਂ ਤੱਕ ਅਸੀਸਾਂ ਦਿੰਦੇ ਰਹੇ ਜਦੋਂ ਤੱਕ ਅੱਖਾਂ ਤੋਂ ਓਹਲੇ ਨਾ ਹੋ ਗਏ। ਬਾਬੇ ਰਾਮਦਾਸ ਦੀ ਨਗਰੀ ਅੰਦਰ ਘੁੰਗਣੀਆਂ ਵੇਚਦੇ ਤੁਰੇ ਫਿਰਦੇ ਕਿੰਨੇ ਸਾਰੇ ਰੱਬ ਸਰਲ ਤੇ ਸਪਸ਼ਟ ਜ਼ਿੰਦਗੀ ਜਿਉਣ ਦਾ ਹੋਕਾ ਦਿੰਦੇ ਹੋਏ, ਸਭ ਕੁਝ ਕੋਲ ਹੁੰਦੇ ਹੋਏ ਵੀ 24 ਘੰਟੇ ਹੋਰ ਜ਼ਿਆਦਾ ਇਕੱਠਾ ਕਰ ਲੈਣ ਵਾਲੇ ਗਧੀ ਗੇੜ 'ਚ ਪਏ ਅਸੀਂ ਦੁਨੀਆਦਾਰ ਸਾਨੂੰ ਇੰਨੀ ਗੱਲ ਆਖਦੇ ਹੋਏ ਕਿ ਰਵਾਨਗੀ ਵੇਲੇ ਬੈਂਕ ਅਲਮਾਰੀਆਂ ਬੇਸ਼ੱਕ ਨੱਕੋ ਨੱਕ ਭਰੀਆਂ ਹੋਣ, ਪਰ ਹੱਥ ਤੇ ਕਫਨ ਦੇ ਬੋਝੇ ਬਿਲਕੁਲ ਖਾਲੀ ਹੋਣੇ ਹੈ ਤੇ ਉਹਦੇ ਦਰਬਾਰ 'ਚ ਸਿਰਫ ਅਮਲਾਂ ਦੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। ਧੰਨਵਾਦ। ਕਹਾਣੀ। ਜੇਮਸ ਥਰਬਰ ਦੀ ਇੱਕ ਬਹੁਤ ਪ੍ਰਸਿੱਧ ਕਹਾਣੀ ਹੈ ਕਿ ਇੱਕ ਸੱਪਾਂ ਦੇ ਦੇਸ਼ 'ਚ ਇੱਕ ਵਾਰ ਇੱਕ ਸ਼ਾਂਤੀ ਪਸੰਦ ਨਿਓਲਾ ਪੈਦਾ ਹੋ ਗਿਆ। ਨਿਓਲਿਆਂ ਨੇ ਤੱਤ ਛਾਣੋਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਸੱਪ ਸਾਡੇ ਦੁਸ਼ਮਣ ਹਨ, ਪਰ ਉਸ ਨਿਓਲੇ ਨੇ ਕਿਹਾ ਕਿ ਕਿਉਂ, ਮੇਰਾ ਉਹਨਾਂ ਨੇ ਹੁਣ ਤੱਕ ਕੁਝ ਵੀ ਨਹੀਂ ਵਿਗਾੜਿਆ। ਪੁਰਾਣੇ ਨਿਓਲਿਆਂ ਨੇ ਕਿਹਾ, ਨਾ ਸਮਝ, ਤੇਰਾ ਨਾਂ ਵਿਗਾੜਿਆ ਹੋਵੇ, ਲੇਕਿਨ ਉਹ ਸਦਾ ਤੋਂ ਸਾਡੇ ਦੁਸ਼ਮਣ ਹਨ, ਉਹਨਾਂ ਨਾਲ ਸਾਡਾ ਵਿਰੋਧ ਜਾਤੀਗਤ ਹੈ। ਪਰ ਉਸ ਸ਼ਾਂਤੀ ਪਸੰਦ ਨਿਓਲੇ ਨੇ ਕਿਹਾ ਕਿ ਜਦ ਮੇਰਾ ਉਹਨਾਂ ਨੇ ਕੁਝ ਵਿਗਾੜਿਆ ਹੀ ਨਹੀਂ ਤਾਂ ਮੈਂ ਕਿਉਂ ਉਹਨਾਂ ਨਾਲ ਦੁਸ਼ਮਣੀ ਪਾਲਾਂ। ਖਬਰ ਫੈਲ ਗਈ ਕਿ ਨਿਓਲਿਆਂ ਵਿੱਚੋਂ ਇੱਕ ਗਲਤ ਨਿਓਲਾ ਪੈਦਾ ਹੋ ਗਿਆ ਜੋ ਸੱਪਾਂ ਦਾ ਮਿੱਤਰ ਹੈ ਤੇ ਨਿਓਲਿਆਂ ਦਾ ਦੁਸ਼ਮਣ ਹੈ। ਨਿਓਲੇ ਦੇ ਬਾਪ ਨੇ ਕਿਹਾ ਕਿ ਉਹਦਾ ਲੜਕਾ ਪਾਗਲ ਹੈ। ਨਿਓਲੇ ਦੀ ਮਾਂ ਨੇ ਕਿਹਾ ਕਿ ਲੜਕਾ ਬਿਮਾਰ ਹੈ। ਨਿਓਲੇ ਦੇ ਭਰਾਵਾਂ ਨੇ ਕਿਹਾ ਕਿ ਸਾਡਾ ਭਰਾ ਬੁਜ਼ਦਿਲ ਹੈ। ਉਹਨੂੰ ਬਹੁਤ ਸਮਝਾਇਆ ਕਿ ਇਹ ਸਾਡਾ ਫਰਜ਼ ਹੈ, ਰਾਸ਼ਟਰੀ ਕਰਤੱਵ ਹੈ ਕਿ ਅਸੀਂ ਸੱਪਾਂ ਨੂੰ ਮਾਰੀਏ। ਅਸੀਂ ਇਸੇ ਲਈ ਹਾਂ, ਇਸ ਪ੍ਰਿਥਵੀ ਨੂੰ ਸੱਪਾਂ ਤੋਂ ਖਾਲੀ ਕਰ ਦੇਣਾ ਹੈ ਕਿਉਂਕਿ ਉਹਨਾਂ ਦੇ ਕਾਰਨ ਹੀ ਸਾਡੀ ਬੁਰਾਈ ਹੈ। ਸੱਪ ਹੀ ਸ਼ੈਤਾਨ ਹਨ। ਉਸ ਸ਼ਾਂਤੀ ਪਸੰਦ ਨਿਓਲੇ ਨੇ ਕਿਹਾ, ਮੈਂ ਤਾਂ ਉਹਨਾਂ 'ਚ ਕੋਈ ਫਰਕ ਨਹੀਂ ਦੇਖਦਾ। ਖਬਰ ਫੈਲ ਗਈ ਕਿ ਨਿਓਲਾ ਵਾਸਤਵ ਵਿੱਚ ਸੱਪ ਹੀ ਹੈ, ਸੱਪ ਦੀ ਤਰ੍ਹਾਂ ਰਿੰਗਦਾ ਹੈ। ਉਹ ਤੋਂ ਸਾਵਧਾਨ ਰਹਿਣਾ ਕਿਉਂਕਿ ਸ਼ਕਲ ਤੋਂ ਨਿਓਲਾ ਹੀ ਹੈ,
ਆਤਮਾ ਸੱਪਦੀ ਹੈ। ਵੱਡੇ ਵੱਡੇ ਇਕੱਠ ਹੋਏ। ਪੰਚਾਇਤ ਨੇ ਆਖਰੀ ਵਾਰ ਕੋਸ਼ਿਸ਼ ਕੀਤੀ ਨਿਓਲੇ ਨੂੰ ਸਮਝਾਉਣ ਦੀ ਕਿ ਤੂੰ ਪਾਗਲਪਣ ਨਾ ਕਰ। ਉਸ ਨਿਓਲੇ ਨੇ ਕਿਹਾ, ਲੇਕਿਨ ਸੋਚਣਾ ਸਮਝਣਾ ਤਾਂ ਜ਼ਰੂਰੀ ਹੈ। ਇੱਕ ਨਿਓਲਾ ਭੀੜ ਚੋਂ ਬੋਲਿਆ, ਸੋਚਣਾ ਸਮਝਣਾ ਗੱਦਾਰੀ ਹੈ। ਦੂਸਰੇ ਨਿਓਲਿਆਂ ਨੇ ਕਿਹਾ, ਸੋਚਣਾ ਸਮਝਣਾ ਦੁਸ਼ਮਣਾਂ ਦਾ ਕੰਮ ਹੈ। ਫਿਰ ਜਦੋਂ ਉਹਨੂੰ ਸਮਝਾ ਨਾ ਪਾਏ ਤਾਂ ਉਸ ਨਿਓਲੇ ਨੂੰ ਉਹਨਾਂ ਨੇ ਫਾਂਸੀ ਦੇ ਦਿੱਤੀ। ਜੇਮਸ ਥਰਬਰ ਦੇ ਅੰਤਿਮ ਵਚਨ ਵਿੱਚ ਇਸ ਕਹਾਣੀ ਦੇ ਲਿਖਿਆ ਹੈ, ਇਹ ਸਿੱਖਿਆ ਮਿਲਦੀ ਹੈ ਕਿ ਜੇ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਨਾ ਮਾਰੇ ਗਏ ਤਾਂ ਆਪਣੇ ਮਿੱਤਰਾਂ ਦੇ ਹੱਥੋਂ ਮਾਰੇ ਜਾਓਗੇ। ਮਾਰੇ ਤੁਸੀਂ ਜ਼ਰੂਰ ਜਾਓਗੇ। ਸਮਾਜ ਭੀੜ ਦੇ ਮਨੋਵਿਗਿਆਨ ਨਾਲ ਜਿਉਂਦਾ ਹੈ। ਸਮਾਜ ਵਿੱਚ ਸੱਚ ਦੀ ਚਿੰਤਾ ਕਿਸੇ ਨੂੰ ਵੀ ਨਹੀਂ, ਦੂਜਿਆਂ ਨਾਲ ਸਹਿਮਤੀ ਬਣੀ ਰਹੀ ਇੰਨੀ ਚਿੰਤਾ ਹੈ। ਸਮਾਜ ਦੇ ਨਾਲ ਵਿਅਕਤੀ ਕਿਵੇਂ ਐਡਜਸਟ ਰਹੇ ਇੰਨੀ ਚਿੰਤਾ ਹੈ। ਸਮਾਜ ਝੂਠ ਹੋਵੇ ਤਾਂ ਵਿਅਕਤੀ ਨੂੰ ਵੀ ਝੂਠ ਹੋ ਜਾਣਾ ਪੈਂਦਾ ਹੈ। ਵਿਅਕਤੀ ਬਹੁਤ ਇਕੱਲਾ ਹੈ, ਸਮਾਜ ਬਹੁਤ ਵੱਡਾ ਹੈ। ਸੋ ਭਰਾਓ, ਆਓ ਸੁਚੇਤ ਸਮਝ ਨਾਲ ਜੀਵਨ ਜਿਉਣਾ ਸ਼ੁਰੂ ਕਰੀਏ। ਧੰਨਵਾਦ। ਕਹਾਣੀ 18 ਕੁ ਸਾਲ ਦਾ ਉਹ ਮੁੰਡਾ ਢਾਬੇ ਤੋਂ ਕੁਝ ਕੁ ਹਟਵਾਂ ਚੁੱਪ ਚਪੀਤੇ ਗਜਰੇਲਾ ਵੇਚਣਾ ਸ਼ੁਰੂ ਕਰ ਦਿੱਤਾ। ਸਾਈਕਲ ਤੇ ਰੱਖੀ ਟੋਕਰੀ ਤੇ ਉਸ ਵਿੱਚ ਰੱਖੇ ਭਾਂਡੇ ਤੇ ਨਾਲ ਹੀ ਸਾਰਾ ਕੁਝ ਹੀ ਦਿਨਾਂ 'ਚ ਸਾਡੇ ਇੱਥੇ ਗਜਰੇਲੇ ਤੇ ਮਿੱਠੇ ਦੀ ਗ੍ਰਾਹਕੀ ਘਟ ਗਈ। ਲੋਕ ਰੋਟੀ ਤੇ ਸਾਡੇ ਢਾਬੇ ਤੇ ਖਾਂਦੇ, ਪਰ ਗਜਰੇਲਾ ਖਾਣ ਉਚੇਚਾ ਉਹਦੇ ਕੋਲ ਅੱਪੜ ਜਾਂਦੇ। ਬੜੀ ਤਕਲੀਫ ਹੋਇਆ ਕਰਦੀ। ਮਾਏ ਆਪਣੇ ਤੋਂ ਅੱਧੀ ਉਮਰ ਦਾ ਜਵਾਕ ਜਿਹਾ ਮੈਨੂੰ ਥੱਲੇ ਲਾ ਗਿਆ। 30 ਸਾਲ ਦਾ ਤਜਰਬਾ ਮਿੱਟੀ ਕਰ ਗਿਆ। ਇੱਕ ਦਿਨ ਮੁੰਡੇ ਭੇਜ ਕੇ ਦਬਕਾ ਮਰਵਾਇਆ, ਜੇ ਮੁੜ ਇੱਥੇ ਦਿਸਿਆ ਤਾਂ ਲੱਤਾਂ ਤੁੜਵਾ ਦੇਣੀਆਂ, ਕਾਰਪੋਰੇਸ਼ਨ ਨੂੰ ਆ ਕੇ ਸਾਈਕਲ ਹੀ ਚੁਕਵਾ ਦੇਣਾ। ਉਹ ਡਰ ਗਿਆ। ਫਿਰ ਥੋੜਾ ਹੋਰ ਹਟਵਾਂ ਖਲੋਣਾ ਸ਼ੁਰੂ ਕਰ ਦਿੱਤਾ, ਪਰ ਮੇਰੀ ਗ੍ਰਾਹਕੀ ਨਾ ਵਧੀ, ਸਗੋਂ ਉਹਦੇ ਦੁਆਲੇ ਲੱਗਦੀ ਭੀੜ ਹੋਰ ਵੱਧਦੀ ਗਈ। ਰੋਜ਼ ਮੁੰਡਾ ਭੇਜ ਪਤਾ ਕਰਦਾ ਉਹ ਆਇਆ ਕਿ ਨਹੀਂ। ਮਨ 'ਚ ਬੈਠਿਆ ਇਹ ਸਭ ਕੁਝ ਪਤਾ ਨਹੀਂ ਡਰ ਸੀ ਕਿ ਈਰਖਾ, ਕਿ ਸ਼ਾਇਦ ਦੋਵੇਂ। ਕਈ ਵਾਰ ਸੋਚਦਾ ਸਾਲੇ ਦਾ ਐਕਸੀਡੈਂਟ ਹੀ ਹੋ ਜਾਏ। ਅੱਜ ਸਾਈਕਲ ਤੇ ਵੇਚਦਾ ਏ, ਜੇ ਕੱਲ ਨੂੰ ਢਾਬਾ ਖੋਲ ਬਰਾਬਰ ਦੀ ਧਿਰ ਬਣ ਬੈਠਾ ਫੇਰ ਕੀ ਬਣੂ। ਪਾਠ ਵਿੱਚ ਵੀ ਧਿਆਨ ਨਾ ਲੱਗਦਾ। ਇੱਕ ਦਿਨ ਮੁੰਡੇ ਨੇ ਦੱਸਿਆ ਕਿ ਉਹ ਅੱਜ ਨਹੀਂ ਆਇਆ, ਅਗਲੇ ਦਿਨ ਵੀ ਨਹੀਂ। ਦਿਲ ਨੂੰ ਠੰਡ ਜਿਹੀ ਪਈ, ਸ਼ੁਕਰ ਇਹ ਨੱਸ ਗਿਆ। ਰੱਬ ਕਰੇ ਹੁਣ ਕਦੇ ਵੀ ਨਾ ਆਵੇ। ਪਾਠ ਨੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਸੈਰ ਕਰਦਿਆਂ ਨਹਿਰ ਦੇ ਕੰਢੇ ਬੈਠਾ ਮਿਲ ਗਿਆ। ਨਿੱਕੇ ਨਿੱਕੇ ਪੱਥਰ ਜੇ ਚੁੱਕ ਪਾਣੀ ਅੰਦਰ ਸੁੱਟੀ ਜਾ ਰਿਹਾ ਸੀ। ਕੋਲ ਗਿਆ, ਹੁੱਜ ਮਾਰੀ, ਓਏ ਹੁਣ ਨਹੀਂ ਆਉਂਦਾ ਗਜਰੇਲਾ ਵੇਚਣ। ਧਿਆਨ ਉਹ ਤਾਂ ਚੁੱਕਿਆ, ਬੁਰੀ ਹਾਲਤ, ਲੱਗਦਾ ਕਿੰਨੇ ਦਿਨਾਂ ਤੋਂ ਨਹਾਤਾ ਨਹੀਂ ਸੀ। ਅੱਖੀਆਂ 'ਚ ਵੀ ਹੰਝੂ, ਹੱਥ ਜੁੜ ਗਏ। ਅਖੇ ਸਰਦਾਰ ਜੀ, ਉਹਨੇ ਮੇਰਾ ਸਭ ਕੁਝ ਲੁੱਟ ਲਿਆ। 2 ਮਹੀਨੇ ਦਾ ਕਿਰਾਇਆ ਬਾਕੀ ਸੀ, ਨਾਲੇ ਬਾਪ ਵੀ ਢਿੱਲਾ। ਉਹਨੇ ਸਾਈਕਲ ਰੱਖ ਲਿਆ। ਅਖੇ ਹਿਸਾਬ ਕਰ, ਮਗਰੋਂ ਮਿਲੂ। ਇਹ ਸਭ ਕੁਝ ਰੋਟੀ ਦੇ ਵੀ ਲਾਲੇ ਪੈ ਗਏ ਨੇ। ਨਿੱਕੇ ਨਿੱਕੇ ਭੈਣ ਭਾਈ, ਤੁਸੀਂ ਦੱਸੋ ਹੁਣ ਮੈਂ ਕੀ ਕਰਾਂ। ਨਹਿਰ 'ਚ ਛਾਲ ਵੀ ਨਹੀਂ ਮਾਰ ਸਕਦਾ, ਬਾਕੀਆਂ ਦਾ ਕੀ ਬਣੂ। ਮਗਰੋਂ ਤੋਂ ਗੱਲ ਨਹੀਂ ਹੋਈ। ਮੇਰੇ ਕਾਲਜੇ ਦਾ ਰੁੱਗ ਭਰਿਆ ਗਿਆ, ਸੁੰਨ ਜਿਹਾ ਹੋ ਗਿਆ। ਇਹ ਮੈਥੋਂ ਕੀ ਹੋ ਗਿਆ, ਗਰੀਬ ਮਾਰ ਹੋ ਗਈ। ਹੁਣ ਤੱਕ ਪੜ੍ਹੀ ਸਾਰੀ ਬਾਣੀ ਵੀ ਲਾਹਨਤਾਂ ਪਾਉਂਦੀ ਲੱਗੀ। ਅੱਜ ਪੂਰੇ 2 ਸਾਲ ਹੋ ਗਏ ਮੇਰੇ ਢਾਬੇ ਤੇ ਹੀ ਕੰਮ ਕਰਦੇ ਨੂੰ। ਮੇਰਾ ਅੱਧਾ ਬੋਝ ਘਟ ਗਿਆ ਤੇ ਮੁਨਾਫਾ ਕਈ ਗੁਣਾ ਵੱਧ ਗਿਆ। ਸਾਰੀਆਂ ਜ਼ਿੰਮੇਵਾਰੀਆਂ ਵੀ ਉਸੇ ਨੇ ਚੁੱਕ ਲਈਆਂ। ਆਪਣੇ ਕੀਤੇ ਨੂੰ ਯਾਦ ਕਰ ਕਈ ਵਾਰੀ ਸ਼ਰਮਿੰਦਾ ਜ਼ਰੂਰ ਹੋ ਜਾਂਦਾ। ਬਾਪੂ ਜੀ ਚੇਤੇ ਆ ਜਾਂਦਾ, ਆਖਦਾ ਹੁੰਦਾ ਹੈ, ਪੁੱਤਰ ਇਹ ਦੁਨੀਆ ਰੱਬ ਦਾ ਬਣਾਇਆ ਸਮੁੰਦਰ ਏ, ਕਿਸੇ ਹੋਰ ਦੇ ਬਾਲਟੀ ਭਰਿਆ ਕਦੀ ਨਹੀਂ ਘਟਦਾ, ਸਗੋਂ ਵੱਧਦਾ ਹੀ ਹੈ। ਸਿਰਫ ਨੀਅਤ ਠੀਕ ਹੋਣੀ ਚਾਹੀਦੀ ਹੈ। ਫਿਰ ਇਹ ਮਨ ਦੇ ਵਲਵਲੇ ਪਤਾ ਨਹੀਂ ਕਿਉਂ ਮੱਤ ਤੇ ਪਰਦਾ ਪਾ ਦਿੰਦੇ ਨੇ। ਧੰਨਵਾਦ। ਕਹਾਣੀ ਪੂਣੀ ਵੇਲੇ ਪੱਗ ਦੇ ਆਖਰੀ ਲੜ 'ਚ ਦਿੱਤੀ ਪਿੰਨ ਕੱਢ ਕੋਲ ਪਰਦੇ ਦੀ ਨੁੱਕਰ ਨਾਲ ਟੰਗ ਦੇਣੀ ਇਹਨਾਂ ਦੀ ਪੁਰਾਣੀ ਆਦਤ ਸੀ। ਮਗਰੋਂ ਪੇਚਾਂ ਨਾਲ ਲੜਦੇ ਹੋਇਆਂ ਨੂੰ ਚੇਤਾ ਭੁੱਲ ਜਾਂਦਾ ਤੇ ਪੱਤੇ ਵਿੱਚੋਂ ਨਵੀਂ ਕੱਢ ਵਰਤ ਲਿਆ ਕਰਦੇ। ਪੁਰਾਣੀ ਉੱਥੇ ਲੱਗੀ ਰਹਿ ਜਾਂਦੀ। ਇਹੀ ਆਦਤ ਅਕਸਰ ਹੀ ਸਾਡੀ ਲੜਾਈ ਦੀ ਵਜ੍ਹਾ ਬਣਿਆ ਕਰਦੀ। ਮੈਂ ਆਖਦੀ ਜੇ ਹੇਠਾਂ ਫਰਸ਼ ਤੇ ਡਿੱਗ ਕਿਸੇ ਨਿਆਣੇ ਦੇ ਪੈਰ 'ਚ ਚੁੱਭ ਗਈ ਤਾਂ ਡਾਕਟਰ ਕੋਲ ਤੁਹਾਨੂੰ ਹੀ ਲਿਜਾਣਾ ਪੈਣਾ। ਅੱਗੇ ਉਹ ਇੰਨੀ ਗੱਲ ਆਖ ਜਜ਼ਬਾਤੀ ਕਰ ਜਾਇਆ ਕਰਦੇ ਕਿ ਮੈਂ ਜਾਣਬੁੱਝ ਕੇ ਉੱਥੇ ਟੰਗੀ ਰਹਿਣ ਦਿੰਨਾ ਤਾਂ ਕਿ ਤੈਨੂੰ ਸਾਰਾ ਦਿਨ ਮੇਰਾ ਚੇਤਾ ਆਉਂਦਾ ਰਹੇ। ਅੱਜ ਗਿਆ ਨੂੰ ਪੂਰਾ 1 ਸਾਲ ਹੋ ਗਿਆ ਹੈ। 2 ਪਿੰਨਾਂ ਅਜੇ ਵੀ ਪਰਦੇ ਦੀ ਨੁੱਕਰ ਤੇ ਉਂਝ ਦੀਆਂ ਉਂਝ ਹੀ ਲੱਗੀਆਂ ਪਈਆਂ ਨੇ। ਕੱਢਣ ਨੂੰ ਜੀ ਨਹੀਂ ਕਰਦਾ। ਉਲਟਾ ਹਿਲਦੇ ਪਰਦੇ ਤੇ ਜਦੋਂ ਕਿਸੇ ਇੱਕ ਦੀ ਵੀ ਪਕੜ ਢਿੱਲੀ ਪੈਣ ਲੱਗਦੀ ਹੈ ਤਾਂ ਜ਼ੋਰ ਨਾਲ ਦੱਬ ਇੱਕ ਵਾਰ ਫਿਰ ਚੰਗੀ ਤਰ੍ਹਾਂ ਗੱਡ ਦਿੰਨੀ ਆ। ਨਿਆਣਿਆਂ ਵਾਲਾ ਘਰ ਜੋ ਹੋਇਆ,
ਜੇ ਕਿਧਰੇ ਭੁੰਜੇ ਡਿੱਗੀ ਕਿਸੇ ਦੇ ਪੈਰ 'ਚ ਚੁੱਭ ਗਈ ਤਾਂ ਇਸ ਸਵੇਰ ਹਸਪਤਾਲ ਕੱਲੀ ਨੂੰ ਹੀ ਲੈ ਕੇ ਜਾਣਾ ਪੈਣਾ ਹੈ। ਜ਼ਰੂਰੀ ਨਹੀਂ ਦੋਸਤੋ ਕਿ ਕਿਸੇ ਤੁਰ ਗਏ ਮਿੱਤਰ ਪਿਆਰੇ ਦੀ ਯਾਦ ਕੰਧ ਤੇ ਟੰਗੀਆਂ ਤਸਵੀਰਾਂ ਤੇ ਜਾਂ ਫਿਰ ਸੈੱਲ ਫੋਨ 'ਚ ਕੈਦ ਕਿੰਨਾ ਕੁਝ ਵੇਖ ਕੇ ਹੀ ਆਉਂਦੀ ਹੋਵੇ। ਅਤੀਤ ਦੀ ਬੁੱਕਲ ਵਿੱਚ ਉਂਝ ਦੇ ਉਂਝ ਹੀ ਛੱਡ ਦਿੱਤੇ ਗਏ ਕੁਝ ਸੁਨਹਿਰੀ ਪਲਾਂ ਵਿੱਚ ਵੀ ਵਰਤਮਾਨ ਤੇ ਭਵਿੱਖ ਬਣਨ ਦੀ ਕਾਬਲੀਅਤ ਹੁੰਦੀ ਹੈ। ਧੰਨਵਾਦ। ਕਹਾਣੀ ਮੁੰਬਈ ਸ਼ਹਿਰ ਦੀਆਂ ਤਲਖ ਹਕੀਕਤਾਂ ਤੇ ਬਣੀ ਇੱਕ ਫਿਲਮ। ਨਵਾਂ ਜੋੜਾ ਕਿੰਨੇ ਸਾਰੇ ਸੁਪਨੇ ਸੰਜੋਈ ਵਸਣ ਆਉਂਦਾ। ਬਾਹਰੋਂ ਹੁਸੀਨ ਲੱਗਦੇ ਇਸ ਸ਼ਹਿਰ ਵਿੱਚ ਮਸੀਂ ਇੰਸ਼ੋਰੈਂਸ ਏਜੰਟ ਦਾ ਕੰਮ ਮਿਲਦਾ, ਪਰ ਮਿੱਥੇ ਟੀਚੇ ਤੱਕ ਪਾਲਿਸੀਆਂ ਨਹੀਂ ਹੁੰਦੀਆਂ। ਬੌਸ ਹਰ ਵੇਲੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ। ਉੱਤੋਂ ਫਲੈਟ ਦਾ ਕਿਰਾਇਆ, ਕਾਰ ਦੀ ਕਿਸ਼ਤ, ਹੋਰ ਵੀ ਕਿੰਨੇ ਖਰਚੇ। ਨਵ ਵਿਆਹੀ ਜਿੱਥੇ ਕੰਮ ਕਰਦੀ ਬੌਸ ਮਾੜੀ ਨਜ਼ਰ ਰੱਖਦਾ, ਹਰ ਵੇਲੇ ਆਖਦਾ ਮੇਰੀ ਗੱਲ ਮੰਨ ਜਾ, ਤੇਰੀ ਪ੍ਰਮੋਸ਼ਨ ਹੋ ਜਾਏਗੀ। ਅਖੀਰ ਦੋਵੇਂ ਦਿਲ ਛੱਡ ਜਾਂਦੇ, ਆਖਦੇ ਇਸ ਸ਼ਹਿਰ ਨੂੰ ਖਰੀਦਣ ਆਏ ਸਾਂ, ਉਲਟਾ ਇਹਨੇ ਹੀ ਸਾਨੂੰ ਖਰੀਦ ਲਿਆ। ਫਿਰ ਇੱਕ ਦਿਨ ਮਰਨ ਦਾ ਫੈਸਲਾ ਕਰ ਲੈਂਦੇ। ਘਰ ਵਾਲਾ ਜ਼ਹਿਰ ਵਾਲੀਆਂ ਗੋਲੀਆਂ ਮੁੱਲ ਲੈ ਆਉਂਦਾ। ਪੀਣ ਤੋਂ ਪਹਿਲਾਂ ਸਲਾਹ ਕਰਦੇ ਅੱਜ ਆਖਰੀ ਵਾਰ ਬਾਹਰ ਖਾਣਾ ਖਾਣ ਜਾਣਾ ਹੈ। ਫਿਰ ਦੇਰ ਰਾਤ ਤੱਕ ਘੁੰਮਦੇ ਫਿਰਦੇ ਰਹਿੰਦੇ, ਕਿੰਨੀਆਂ ਸਾਰੀਆਂ ਗੱਲਾਂ ਕਰਦੇ, ਇੱਕ ਦੂਜੇ ਦਾ ਹੱਥ ਫੜ ਚੰਗੀ ਤਰ੍ਹਾਂ ਨਿਹਾਰਦੇ, ਹੋਟਲ ਦੇ ਬਹਿਰੇ ਨੂੰ ਵੱਡੀ ਸਾਰੀ ਟਿਪ ਵੀ ਦਿੰਦੇ। ਫਿਰ ਘਰ ਆ ਕੇ ਹਰ ਵੇਲੇ ਲਾਹ ਪਾਹ ਕਰਦੇ ਰਹਿੰਦੇ, ਸੁਸਾਇਟੀ ਦੇ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਂਦੇ, ਨਾਲ ਦੀ ਆਤਮ ਸਮਰਪਣ ਲਈ ਮਜਬੂਰ ਕਰਦੇ ਰਹਿੰਦੇ। ਆਪਣੀ ਬੌਸ ਨੂੰ ਅੱਧੀ ਰਾਤ ਫੋਨ ਲਾ ਕੇ ਆਪਣੀ ਭੜਾਸ ਕੱਢਦੀ। ਅਖੀਰ ਗਲਾਸ 'ਚ ਜ਼ਹਿਰ ਘੋਲ ਲੈਂਦੇ, ਖੁਦਕੁਸ਼ੀ ਨੋਟ ਵੀ ਲਿਖ ਲਿਆ। ਫਿਰ ਗ੍ਰਸਥ ਜੀਵਨ ਦੇ ਅਖੀਰੀ ਨਜ਼ਦੀਕੀ ਪਲਾਂ ਦੌਰਾਨ ਕੋਲ ਰੱਖੇ ਜ਼ਹਿਰ ਵਾਲੇ ਗਲਾਸ ਨੂੰ ਪੈਰ ਵੱਜ ਜਾਂਦਾ। ਬਣੇ ਬਣਾਏ ਪਲਾਨ ਤੇ ਪਾਣੀ ਫਿਰ ਜਾਂਦਾ। ਫਿਰ ਅਗਲੀ ਸਵੇਰ ਉੱਠਦੇ, ਨਵਾਂ ਦਿਨ, ਨਵਾਂ ਸੂਰਜ, ਨਵੀਆਂ ਕਿਰਨਾਂ, ਨਵੀਂ ਸ਼ੁਰੂਆਤ। ਇੱਕ ਦੂਜੇ ਨੂੰ ਆਖਦੇ ਕਿ ਜ਼ਿੰਦਗੀ ਦਾ ਆਖਰੀ ਦਿਨ ਅਸੀਂ ਕਿੰਨਾ ਖੁੱਲ੍ਹ ਕੇ ਮਾਣਿਆ, ਕਿੰਨੀ ਬੇਫਿਕਰੀ ਤੇ ਬੇਪਰਵਾਹੀ ਸੀ। ਫਿਰ ਦੋਵੇਂ ਸਲਾਹ ਕਰਦੇ ਕਿ ਹੁਣ ਮਰਨ ਬਾਰੇ ਕਦੀ ਵੀ ਨਹੀਂ ਸੋਚਣਾ, ਸਗੋਂ ਬਾਕੀ ਰਹਿੰਦੀ ਜ਼ਿੰਦਗੀ ਦਾ ਹਰ ਦਿਨ ਆਖਰੀ ਦਿਨ ਸਮਝ ਕੇ ਮਾਣਿਆ ਕਰਨਾ ਹੈ। ਜ਼ਿੰਦਗੀ 'ਚ ਕ੍ਰਾਂਤੀਕਾਰੀ ਬਦਲਾਅ ਆਉਂਦਾ ਹੈ। ਸੋ ਦੋਸਤੋ, ਇੱਕ ਪਲ ਮਾੜਾ ਹੋ ਸਕਦਾ ਹੈ, ਪਰ ਪੂਰੀ ਜ਼ਿੰਦਗੀ ਨਹੀਂ। ਮਨ ਜ਼ਿਆਦਾਤਰ ਅਤੀਤ ਦੇ ਪਛਤਾਵਿਆਂ ਤੇ ਭਵਿੱਖ ਦੀਆਂ ਯੋਜਨਾਵਾਂ ਵਾਲੇ ਅਦ੍ਰਿਸ਼ ਸਮੁੰਦਰ 'ਚ ਗੋਤੇ ਖਾਂਦਾ ਰਹਿੰਦਾ ਹੈ। ਕੱਲ ਨੂੰ ਪਤਾ ਨਹੀਂ ਕੀ ਬੌਸ ਨੇ ਆਖਣਾ ਹੈ, ਪੇਪਰ ਔਖਾ ਹੋਊ ਕਿ ਸੌਖਾ, ਆ ਨਾ ਹੋ ਜਾਏ, ਉਹ ਨਾ ਹੋ ਜਾਏ। ਜੇ ਇੰਜ ਕੀਤਾ ਤਾਂ ਅੱਜ ਕੋਲ ਕਿੰਨਾ ਕੁਝ ਹੁੰਦਾ ਹੈ। ਇਸੇ ਉਧੇੜ ਬੁਣ 'ਚ ਵਰਤਮਾਨ ਦੇ ਕਿੰਨੇ ਸਾਰੇ ਪਲ ਜ਼ਹਿਰ ਬਣ ਅਤੀਤ ਤਬਦੀਲ ਹੋਈ ਜਾਂਦੇ। ਦੱਸਦੇ ਇੱਕ ਵਾਰ ਕਿਸੇ ਨੇ ਰਾਜੇ ਦੇ ਕੰਨ ਵਿੱਚ ਫੂਕ ਮਾਰਤੀ ਕਿ ਤੂੰ ਰਾਤੀ ਸੁੱਤੇ ਪਿਆ ਇੱਕ ਸੱਪ ਨਿਗਲ ਲਿਆ। ਚੰਗਾ ਭਲਾ ਨਿਗਲੇ ਹੋਏ ਸੱਪ ਬਾਰੇ ਸੋਚ ਦਿਨਾਂ 'ਚ ਸੁੱਕ ਕੇ ਤੀਲਾ ਹੋ ਗਿਆ। ਅਖੀਰ ਸਿਆਣੇ ਨੂੰ ਲਿਆਂਦਾ, ਸਾਰੀ ਗੱਲ ਦੱਸੀ। ਫਿਰ ਯੋਜਨਾ ਮੁਤਾਬਕ ਉਹ ਇੱਕ ਰਾਤ ਰਾਜੇ ਦੇ ਸੌਣ ਵਾਲੇ ਕਮਰੇ 'ਚ ਰਿਹਾ। ਅਗਲੀ ਸਵੇਰ ਰਾਜੇ ਦੀ ਅੱਖ ਖੁੱਲੀ ਤਾਂ ਕੀ ਵੇਖਿਆ, ਚਾਰੇ ਪਾਸੇ ਖੁਸ਼ੀਆਂ ਵਾਲਾ ਮਾਹੌਲ, ਸ਼ਹਿਨਾਈਆਂ ਵੱਜ ਰਹੀਆਂ, ਲੱਡੂ ਮਠਿਆਈਆਂ ਵੰਡੀਆਂ ਜਾ ਰਹੀਆਂ। ਹੈਰਾਨ ਹੋ ਕੇ ਪੁੱਛਣ ਲੱਗਾ ਕੀ ਹੋਇਆ। ਆਖਣ ਲੱਗੇ ਕੁਝ ਦਿਨ ਪਹਿਲਾਂ ਜਿਹੜਾ ਸੱਪ ਤੁਸੀਂ ਨਿਗਲ ਲਿਆ ਸੀ, ਲੰਘੀ ਰਾਤ ਸੁੱਤੇ ਪਿਆਂ ਤੁਹਾਡੇ ਅੰਦਰੋਂ ਨਿਕਲ ਬਾਹਰ ਜੰਗਲ ਨੂੰ ਤੁਰ ਗਿਆ। ਰਾਜਾ ਕੁਝ ਘੰਟਿਆਂ ਵਿੱਚ ਹੀ ਮੁੜ ਪੈਰਾਂ ਸਿਰ ਹੋ ਗਿਆ। ਦੋਸਤੋ, ਆਓ ਉਹਨਾਂ ਸੱਪਾਂ ਦਾ ਫਿਕਰ ਕਰਨਾ ਸਦਾ ਲਈ ਛੱਡ ਦਈਏ ਜਿਹੜੇ ਅਸੀਂ ਕਦੇ ਨਿਗਲੇ ਹੀ ਨਹੀਂ। ਧੰਨਵਾਦ। ਕਹਾਣੀ ਕਾਲੋਨੀ ਵਿੱਚ ਲੰਮੀ ਗੁੱਤ ਵਾਲੀ ਆਂਟੀ ਕਰਕੇ ਮਸ਼ਹੂਰ ਸਾਂ। ਕਿੰਨਾ ਚਿਰ ਸ਼ੀਸ਼ੇ ਅੱਗੇ ਆਪਣੇ ਲੰਮੇ ਵਾਲ ਨਿਹਾਰਦੀ ਰਹਿੰਦੀ। ਹੁੰਦੀਆਂ ਸਿਫਤਾਂ ਤੇ ਮਿਲਦੇ ਕਮੈਂਟਾਂ ਕਰਕੇ ਮੈਨੂੰ ਆਪਣੇ ਬੀਜੀ ਤੇ ਬੜਾ ਮਾਣ ਹੁੰਦਾ। ਨਿੱਕੇ ਹੁੰਦਿਆਂ ਕਿੰਨੇ ਸਾਰੇ ਔੜ ਪੌੜ ਕਰਨ ਮਗਰੋਂ ਲੱਸੀ ਨਾਲ ਨੁਹਾ ਕੇ ਫਿਰ ਦੇਸੀ ਘਿਓ ਨਾਲ ਕਿੰਨਾ ਚਿਰ ਮੇਰਾ ਸਿਰ ਝੱਸਦੀ ਰਹਿੰਦੀ ਸੀ। ਫਿਰ ਰੋਜ਼ ਆਥਣ ਵੇਲੇ ਕੱਲਾ ਵਾਲ ਆਪ ਵੇਖਦੀ, ਕਿਧਰੇ ਕਿਤੇ ਕਿਸੇ ਕੱਟ ਤਾਂ ਨਹੀਂ ਲਏ। ਨਿੱਕੀ ਧੀ ਦੀ ਸਕੂਲ ਬੱਸ ਵਿੱਚ 6-7 ਸਾਲ ਦਾ ਉਹ ਨਿੱਕਾ ਜਿਹਾ ਮੁੰਡਾ, ਜੋਤ ਨਾਮ ਸੀ ਸ਼ਾਇਦ ਉਹਦਾ, ਹਰ ਰੋਜ਼ ਡਰਾਈਵਰ ਮਗਰ ਬਾਰੀ ਵਾਲੀ ਸੀਟ ਤੇ ਹੀ ਬੈਠਦਾ ਮਿਲਦਾ। ਮੇਰੀ ਧੀ ਤਾਂ ਬੱਸ ਅੰਦਰ ਵੜਦਿਆਂ ਹੀ ਬਾਕੀ ਬੱਚਿਆਂ ਨਾਲ ਰੁੱਝ ਜਾਇਆ ਕਰਦੀ, ਪਰ ਉਹ ਚਲਦੀ ਬੱਸ ਵਿੱਚੋਂ ਵੀ ਮੈਨੂੰ ਵੇਖਣੋਂ ਨਾ ਹਟਦਾ। ਕਈ ਵੇਰ ਮਗਰ ਰਹਿ ਜਾਂਦੀ ਤਾਂ ਵੀ ਧੌਣ ਮੋੜ ਉਨੀ ਦੇਰ ਤੱਕ ਵੇਖਦਾ ਰਹਿੰਦਾ ਜਿੰਨੀ ਦੇਰ ਮੈਂ ਦਿਸਣੋਂ ਨਾ ਹਟ ਜਾਂਦੀ। ਅਕਸਰ ਸੋਚਦੀ ਸ਼ਾਇਦ ਕੁਝ ਆਖਣਾ ਚਾਹੁੰਦਾ ਹੈ,
ਜਾਂ ਫਿਰ ਕਿਸੇ ਚੀਜ਼ ਦੀ ਤਲਾਸ਼ ਏ। ਘਰ ਅੱਗੇ ਲਾਏ ਸੋਹਣੇ ਸੋਹਣੇ ਫੁੱਲ ਸ਼ਾਇਦ ਉਹਨੂੰ ਚੰਗੇ ਲੱਗਦੇ ਹੋਣ। ਕਦੇ ਸੋਚਦੀ ਮੈਨੂੰ ਵੇਖ ਉਹਨੂੰ ਜ਼ਰੂਰ ਕਿਸੇ ਆਪਣੇ ਦਾ ਭੁਲੇਖਾ ਪੈਂਦਾ ਹੋਣਾ ਹੈ। ਇੱਕ ਦਿਨ ਤਬੀਅਤ ਢਿੱਲੀ ਹੋਣ ਕਰਕੇ ਨਿੱਕੀ ਨੂੰ ਬੱਸ ਤੱਕ ਛੱਡਣ ਨਾ ਜਾ ਸਕੀ। ਉਹ ਇਕੱਲੀ ਚਲੀ ਗਈ। ਸ਼ਾਮੀ ਮੁੜੀ ਤਾਂ ਉਚੇਚਾ ਦੱਸਣ ਆਈ ਕਿ ਉਹ ਅੱਜ ਤੁਹਾਡੇ ਬਾਰੇ ਪੁੱਛ ਰਿਹਾ ਸੀ, ਤੇਰੀ ਮੰਮੀ ਤੈਨੂੰ ਅੱਜ ਛੱਡਣ ਕਿਉਂ ਨਹੀਂ ਆਈ? ਇਹ ਵੀ ਆਖਦਾ ਸੀ ਕਿ ਮੈਨੂੰ ਤੇਰੀ ਮੰਮੀ ਦੀ ਲੰਮੀ ਗੁੱਤ ਬੜੀ ਚੰਗੀ ਲੱਗਦੀ ਏ। ਤੇ ਉਹਦੀ ਮਾਂ? ਮੈਂ ਆਪ ਮੁਹਾਰੀ ਪੁੱਛ ਲਿਆ। ਉਹ ਨਿੱਕੇ ਹੁੰਦਿਆਂ ਹੀ ਮਰ ਗਈ ਸੀ ਤੇ ਉਹਦਾ ਡੈਡੀ ਉਹਨੂੰ ਨਾਨਕੇ ਘਰ ਛੱਡ ਕਿਸੇ ਬਾਹਰਲੇ ਦੇਸ਼ ਚਲਾ ਗਿਆ। ਹੁਣ ਉਹ ਨਾਨੀ ਕੋਲ ਰਹਿੰਦਾ ਏ। ਉਹੀ ਉਹਨੂੰ ਲੈਣ ਛੱਡਣ ਵੀ ਆਉਂਦੀ ਏ। ਇੰਨੀ ਗੱਲ ਆਖ ਉਹ ਤਾਂ ਅੰਦਰ ਵੜ ਗਈ, ਪਰ ਮੇਰੀ ਖੜੀ ਖੜੋਤੀ ਦੇ ਕਾਲਜੇ ਦਾ ਰੁੱਗ ਜਿਹਾ ਭਰਿਆ ਗਿਆ। ਬੁੱਤ ਬਣ ਕਿੰਨਾ ਕੁਝ ਸੋਚੀ ਜਾ ਰਹੀ ਸੀ। ਨਿੱਕੇ ਜਿਹੇ ਵਜੂਦ ਦਾ ਮਾਲਿਕ ਉਹ ਮੇਰੇ ਵਿੱਚੋਂ ਪਤਾ ਨਹੀਂ ਕੀ ਤਲਾਸ਼ਦਾ ਰਹਿੰਦਾ ਹੈ। ਲੰਮੀ ਗੁੱਤੀ ਕਿਉਂ ਚੰਗੀ ਲੱਗਦੀ ਏ? ਪਤਾ ਨਹੀਂ ਬਸਤੇ ਦੇ ਨਾਲ ਨਾਲ ਆਪਣੇ ਜ਼ਿਹਨ ਤੇ ਹੋਰ ਕਿੰਨਾ ਕੁ ਭਾਰ ਚੁੱਕੇ ਫਿਰਦਾ ਹੈ। ਫਿਰ ਰੱਬ ਨਾਲ ਵੀ ਕਿੰਨੇ ਸਾਰੇ ਗਿਲੇ ਸ਼ਿਕਵੇ ਕੀਤੇ। ਵਡੇਰੀ ਉਮਰ 'ਚ ਅਕਸਰ ਹੀ ਭਾਰੂ ਹੋ ਜਾਂਦਾ ਖਾਲੀਪਣ ਨਾਮ ਦਾ ਇੱਕ ਰਾਖਸ਼ ਕਈਆਂ ਨੂੰ ਬਚਪਨ ਵਿੱਚ ਹੀ ਕਿਉਂ ਨਿਗਲ ਜਾਂਦਾ ਹੈ। ਇਹੋ ਜਿਹਿਆਂ ਦੇ ਡੈਡੀ ਵੀ ਪਤਾ ਨਹੀਂ ਕਿਉਂ ਇੰਜ ਦੇ ਬਿਨਾਂ ਮਾਲੀ ਦੇ ਬਗੀਚਿਆਂ ਨੂੰ ਬਿਨਾਂ ਕਿਸੇ ਆਸਰੇ ਦੇ ਕਿੱਦਾਂ ਛੱਡ ਜਾਂਦੇ ਨੇ। ਹੋਰ ਵੀ ਕਿੰਨੇ ਸਾਰੇ ਕਿੰਤੂ ਪਰੰਤੂ ਤੇ ਸੋਚਾਂ ਵਿਚਾਰਾਂ। ਉਸ ਸ਼ਾਮ ਸ਼ੀਸ਼ੇ 'ਚ ਆਪਣੇ ਲੰਮੇ ਵਾਲ ਵੇਖ ਮੈਂ ਪਹਿਲੀ ਵਾਰ ਬੜਾ ਜ਼ਿਆਦਾ ਰੋਈ। ਧੰਨਵਾਦ। ਇਹ ਕਹਾਣੀ ਦੀਪਤੀ ਨਵਲ ਆਰਟ ਫਿਲਮਾਂ ਦੀ ਹੀਰੋਇਨ 25 ਸਾਲ ਪਹਿਲਾਂ ਅੰਮ੍ਰਿਤਸਰ ਹਾਲ ਬਾਜ਼ਾਰ ਅੰਦਰ ਆਪਣੇ ਜੱਦੀ ਮਕਾਨ ਤੇ ਦੁਕਾਨਾਂ ਦਾ ਕਿਰਾਇਆ ਲੈਣ ਆਈ। ਕੁਝ ਨਾਜਾਇਜ਼ ਕਬਜ਼ੇ ਦੀ ਗੱਲਬਾਤ ਵੀ ਸੀ। ਚਿਹਰੇ ਤੇ ਪਸਰੇ ਪਰੇਸ਼ਾਨੀ ਵੇਖ ਪਹਿਲੀ ਵਾਰ ਅਹਿਸਾਸ ਹੋਇਆ ਕਿ ਪਰਦੇ ਤੇ ਦਿਸਦੇ ਵੱਡੇ ਵੱਡੇ ਲੋਕਾਂ ਨੂੰ ਵੀ ਜ਼ਿੰਦਗੀ ਦੇ ਇੱਕ ਮੋੜ ਤੇ ਆਮ ਇਨਸਾਨਾਂ ਵਾਂਗ ਹੀ ਵਿਚਰਨਾ ਪੈਂਦਾ ਹੈ। ਬਟਾਲੇ ਸਿਨੇਮਾ ਰੋਡ ਡਾਕਟਰ ਸੰਧੂ ਜਦੋਂ ਵੀ ਟੀਕਾ ਲਵਾਉਣ ਖੜਦੇ ਤਾਂ ਇੰਜ ਲੱਗਦਾ ਕਿ ਡਾਕਟਰ ਖੁਦ ਤੇ ਕਦੇ ਮਾਰ ਹੀ ਨਹੀਂ ਸਕਦੇ। ਇਹਨਾਂ ਕੋਲ ਤੇ ਸਾਰੇ ਇਲਾਜ ਦਵਾਈਆਂ ਹੁੰਦੀਆਂ। ਅੱਜ ਪਤਾ ਲੱਗਾ ਕਿ ਕਦੇ ਦਾ ਚੜ੍ਹਾਈ ਕਰ ਗਿਆ। ਡਾਕਟਰ ਮੋਖਾ ਅੰਮ੍ਰਿਤਸਰ ਦਾ ਕਿਡਨੀ ਸਪੈਸ਼ਲਿਸਟ ਅੱਜ ਤੋਂ ਤਕਰੀਬਨ 22 ਸਾਲ ਪਹਿਲਾਂ ਇੱਕ ਡਾਇਲਿਸਿਸ ਦੇ 1500 ਰੁਪਏ ਲਿਆ ਕਰਦਾ। ਦਿਨ ਚਣਗਿਣਤ ਡਾਇਲਿਸਿਸ, ਠਾਠ ਬਾਠ, ਆਲੀਸ਼ਾਨ ਕਲੀਨਿਕ, ਹੁੰਦੀ ਕਮਾਈ ਵੇਖ ਸਭ ਕੁਝ ਸਦੀਵੀ ਜਿਹਾ ਲੱਗਣਾ। ਪਿਛਲੇ ਸਾਲ ਕਰੋਨਾ ਦੀ ਭੇਟ ਚੜ੍ਹ ਗਿਆ। ਇੰਜੀ ਅੱਖਾਂ ਦੇ ਮਸ਼ਹੂਰ ਡਾਕਟਰ ਸਰਦਾਰ ਦਲਜੀਤ ਸਿੰਘ। ਪ੍ਰਵੀਨ ਕੁਮਾਰ ਸਰਹਾਲੀ ਵਾਲਾ ਮਹਾਭਾਰਤ ਦਾ ਭੀਮ, ਕੱਦ ਏਡਾ ਉੱਚਾ ਕਿ ਧੌਣ ਵੇਖਦਿਆਂ ਧੌਣ ਨੂੰ ਵਲ ਪੈ ਜਾਏ। ਜੁੱਸਾ ਵੇਖ ਲੱਗਣਾ ਸ਼ਾਇਦ ਇਹ ਵੀ ਸਭ ਕੁਝ ਸਦੀਵੀ ਹੈ, ਅੱਜ ਭੋਏ 'ਚ ਵਿਲੀਨ ਹੋ ਗਿਆ। ਦੋਸਤੋ ਦਾਰਾ ਸਿੰਘ, ਮੇਰ ਮਿੱਤਲ ਵਰਗੇ ਨਾਮ ਤੇ ਹੋਰ ਵੀ ਬਥੇਰੇ ਨੇ, ਪਰ ਗੱਲ ਥੋੜੀ ਲੰਮੀ ਹੋ ਜਾਣੀ ਹੈ। ਪਰ ਇੰਨੀ ਗੱਲ ਜ਼ਰੂਰ ਆਖਾਂਗਾ ਕਿ ਜੋ ਕਲਬੂਤ ਜਿਉਂਦਾ ਹੈ ਸਾਡੇ ਸਾਹਮਣੇ ਚੰਗਾ ਭਲਾ ਤੁਰਿਆ ਫਿਰਦਾ ਹੈ, ਸਰਦਾ ਪੁੱਜਦਾ ਵੀ ਏ, ਸੰਸਾਰ ਦੀਆਂ ਸਭ ਸੁੱਖ ਸਹੂਲਤਾਂ ਵੀ ਕੋਲ ਮੌਜੂਦ ਨੇ। ਉਹ ਤੇ ਉਹਦਾ ਸਭ ਕੁਝ ਸਦੀਵੀ ਜਿਹਾ ਲੱਗਣ ਲੱਗ ਜਾਂਦਾ, ਪਰ ਇਹ ਸਦੀਵੀ ਲੱਗਦੀ ਖੇਡ ਦਾ ਪਲਾਂ ਵਿੱਚ ਹੀ ਅਤੀਤ ਵਿੱਚ ਤਬਦੀਲ ਹੋ ਜਾਣ ਦਾ ਸਫ਼ਰ ਇੱਕ ਸਾਹ ਤੇ ਨਿਰਭਰ ਕਰਦਾ ਹੈ। ਉਹ ਸਾਹ ਜਿਹਦੀ ਡੋਰ ਉਹਨੇ ਆਪਣੇ ਹੱਥਾਂ 'ਚ ਫੜੀ ਹੋਈ ਏ। ਉੱਤਰੀ ਕੈਨੇਡਾ 'ਚ ਰਹਿੰਦੀ ਇੱਕ ਗੋਰੀ ਨੂੰ ਲਾਟਰੀਆਂ ਦੀ ਆਦਤ ਪੈ ਗਈ। ਸਭ ਕੁਝ ਲੁਟਾ ਦਿੱਤਾ, ਸਭ ਹਟਾ ਕਮਲੇ ਹੋ ਗਏ, ਪਰ ਨਾ ਮੁੜੀ। ਅਖੀਰ ਮੰਜੇ ਤੇ ਪੈ ਗਈ ਤਾਂ ਮੁੰਡਾ ਨਸਿਆ ਆਇਆ। ਅਖੇ ਮਾਂ ਤੇਰੀ $500,000 ਦੀ ਲਾਟਰੀ ਨਿਕਲ ਆਈ। ਔਖੇ ਸਾਹ ਲੈਂਦੀ ਹੋਈ ਨੇ ਟਿਕਟ ਪਰਾਂ ਵਗਾ ਮਾਰੀ ਤੇ ਆਖਿਆ ਜਾ ਡਾਕਟਰ ਨੂੰ ਸੱਦ, ਆਖ ਮੇਰੀ ਜਾਨ ਨਿਕਲ ਚੱਲੀਏ। ਫਿਰ ਜਦੋਂ ਤੱਕ ਡਾਕਟਰ ਆਇਆ ਸਭ ਕੁਝ ਖਤਮ ਸੀ, ਪਰ ਖੂੰਜੇ 'ਚ ਪਈ ਹੋਈ ਉਹ ਜੇਤੂ ਟਿਕਟ ਆਖ ਰਹੀ ਸੀ, ਲੋਕੋ ਦੁਨੀਆ ਦੀ ਸਭ ਤੋਂ ਵੱਡੀ ਲਾਟਰੀ, ਚੱਲਦੇ ਹੋਏ ਸਾਹ ਤੇ ਤੰਦਰੁਸਤੀ। ਸਦਾ ਨਾ ਬਾਗੀ ਬੁਲਬੁਲ ਬੁੱਲੇ, ਸਦਾ ਨਾ ਮੌਜ ਬਹਾਰਾਂ, ਸਦਾ ਨਾ ਹੁਸਨ ਜਵਾਨੀ ਮਾਪੇ, ਸਦਾ ਨਾ ਸੋਬਤ ਯਾਰਾਂ। ਧੰਨਵਾਦ। ਕਹਾਣੀ ਆਖਰੀ ਦਿਨਾਂ 'ਚ ਜਦੋਂ ਪਾਪਾ ਜੀ ਨੇ ਮੰਜਾ ਪੱਕਾ ਹੀ ਫੜ ਲਿਆ ਤਾਂ ਵੀ ਉਹਨਾਂ ਦੋਤੀ ਦੇ ਪਹਿਲੇ ਜਨਮ ਦਿਨ ਤੇ ਬੀਜੀ ਹੱਥ ਕਿੰਨਾ ਕੁਝ ਘੱਲਿਆ। ਖਿਡੌਣੇ, ਕਿਤਾਬਾਂ, ਬੂਟ ਤੇ ਕਿੰਨੇ ਸਾਰੇ ਲੀੜੇ ਲੱਤੇ। ਫਿਰ ਜਦੋਂ ਦੋਵੇਂ ਅੱਗੜ ਪਿਛੜੀ ਚੜ੍ਹਾਈ ਕਰ ਗਏ ਤਾਂ ਅਸੀਂ ਫਲੈਟ ਵਿੱਚ ਸ਼ਿਫਟ ਹੋ ਗਏ। ਉੱਥੇ ਆਸ-ਪਾਸ ਰਹਿੰਦੇ ਕਿੰਨੇ ਸਾਰੇ ਬਾਬਿਆਂ ਵਿੱਚੋਂ ਮੈਂ ਆਪਣੇ ਦਾਰਜੀ ਹੀ ਲੱਭਦੀ ਰਹਿੰਦੀ, ਪਰ ਮਨ ਨੂੰ ਕਦੇ ਵੀ ਤਸੱਲੀ ਜਿਹੀ ਨਾ ਹੁੰਦੀ। ਦਰਮਿਆਨੇ ਕੱਦ ਵਾਲੇ ਉਹ ਐਨ ਸਾਹਮਣੇ ਵਾਲੇ ਫਲੈਟ ਵਿੱਚ ਹੀ ਰਿਹਾ ਕਰਦੇ ਸਨ। ਦਿਨ ਢਲੇ ਜਦੋਂ ਵੀ ਦਫ਼ਤਰੋਂ ਘਰੇ ਅੱਪੜਦੀ ਤਾਂ ਘੰਟੀ ਵੱਜ ਪੈਂਦੀ। ਸਾਹਮਣੇ ਉਹ ਖਲੋਤੇ ਹੁੰਦੇ ਅਖਬਾਰ ਮੰਗਣ ਲਈ।
ਸਾਰੇ ਦਿਨ ਦੀ ਖੱਪੀ ਤਪੀ ਨੂੰ ਬਿਲਕੁਲ ਵੀ ਚੰਗਾ ਨਾ ਲੱਗਦਾ। ਨਾਲ ਦੇ ਨੂੰ ਆਖਦੀ ਕਿ ਜਦੋਂ ਔਲਾਦ ਬਾਹਰਲੇ ਮੁਲਕ ਰਹਿੰਦੀ ਹੋਵੇ, ਬੰਦਾ ਖੁਦ ਆਪ ਵੀ ਚੰਗੀ ਨੌਕਰੀ ਤੋਂ ਰਿਟਾਇਰ ਹੋਇਆ ਹੋਵੇ, ਤਾਂ ਵੀ ਇੱਕ ਨਿਗੂਣੀ ਜਿਹੀ ਅਖਬਾਰ ਵੀ ਮੁੱਲ ਨਾ ਲੈ ਸਕਦਾ ਹੋਵੇ, ਕਿੰਨੀ ਘਟੀਆ ਗੱਲ ਹੈ। ਇਹ ਅੱਗੋਂ ਇੰਨੀ ਗੱਲ ਆਖ ਰਫਾ ਦਫਾ ਕਰਦਿਆਂ ਕਰਦੇ ਕਿ ਅਸੀਂ ਵੀ ਤੇ ਅਖੀਰ ਰੱਦੀ ਵਿੱਚ ਹੀ ਸੁੱਟਣੀ ਹੁੰਦੀ ਹੈ। ਫਿਰ ਕੀ ਹੋਇਆ ਜੇ ਅਗਲੇ ਦੇ ਕੰਮ ਆ ਜਾਂਦੀ ਹੈ। ਨਾਲੇ ਉਹ 2 ਘੜੀ ਗੱਲਾਂ ਕਰ ਹਾਲ ਚਾਲ ਵੀ ਤਾਂ ਪੁੱਛ ਹੀ ਜਾਂਦੇ ਨੇ। ਉਸ ਦਿਨ ਨਿੱਕੀ ਦੇ ਦੂਜੇ ਜਨਮ ਦਿਨ ਦੀ ਮਸਾਂ ਤਿਆਰੀ ਕਰਕੇ ਹਟੀ ਸੀ ਕਿ ਬਾਹਰ ਘੰਟੀ ਵੱਜੀ। ਝੀਤ ਥਾਣੀ ਵੇਖਿਆ, ਬਾਹਰ ਫਿਰ ਉਹੀ ਖਲੋਤੇ ਸੀ। 7ਵੇਂ ਅਸਮਾਨ ਨੂੰ ਛੂੰਹਦੇ ਹੋਏ ਦਿਮਾਗੀ ਪਾਰੇ ਨਾਲ ਅਜੇ ਬੂਹਾ ਖੋਲ੍ਹਿਆ ਹੀ ਸੀ ਕਿ ਕੁਝ ਆਖਣ ਤੋਂ ਪਹਿਲਾਂ ਅੰਦਰ ਲੰਘ ਆਏ। ਫਿਰ ਹੱਥ 'ਚ ਫੜੇ ਝੋਲੇ ਵਿੱਚੋਂ ਕਿੰਨਾ ਕੁਝ ਕੱਢ ਟੇਬਲ ਤੇ ਢੇਰੀ ਕਰ ਦਿੱਤਾ। ਅਖਬਾਰ ਦੇ ਬੱਚਿਆਂ ਵਾਲੇ ਸੈਕਸ਼ਨ ਵਿੱਚ ਕੱਟੀਆਂ ਕਿੰਨੀਆਂ ਸਾਰੀਆਂ ਫੋਟੋਆਂ ਨਾਲ ਬਣਾਈ ਪੂਰੀ ਦੀ ਪੂਰੀ ਕਿਤਾਬ, ਕਾਰਟੂਨਾਂ ਵਾਲੀ ਕਾਪੀ ਤੇ ਹੋਰ ਵੀ ਕਿੰਨਾ ਕੁਝ। ਫਿਰ ਧੱਕੇ ਨਾਲ ਫੜਾ ਗਏ ਬੰਦ ਲਿਫਾਫੇ ਅੰਦਰੋਂ ਨਿਕਲੇ 50-50 ਦੇ 2 ਨੋਟਾਂ ਨੂੰ ਕੰਬਦੇ ਹੱਥਾਂ ਨਾਲ ਫੜਦੀ ਹੋਈ ਨੂੰ ਇੰਝ ਲੱਗਾ ਜਿੱਦਾਂ 7ਵੇਂ ਅਸਮਾਨ ਤੇ ਬੈਠੇ ਪਾਪਾ ਜੀ ਨੇ ਅੱਜ ਫਿਰ ਕਿਸੇ ਖਾਸ ਮਿੱਤਰ ਪਿਆਰੇ ਹੱਥ ਦੋਤੀ ਨੂੰ ਦੂਜੇ ਜਨਮ ਦਿਨ ਦਾ ਵੱਡਾ ਸ਼ਗਨ ਘੱਲ ਦਿੱਤਾ ਸੀ। ਧੰਨਵਾਦ। ਕਹਾਣੀ। ਢਲਦੇ ਸੂਰਜ ਦੀ ਟਿੱਕੀ ਧੁੱਪ ਛਾਂ ਵਿਚਾਲੇ ਚੱਲਦੀ ਅਜੀਬ ਜਿਹੀ ਲੁਕਣ ਮਿੱਟੀ, ਖੁੱਲੇ ਵਿਹੜੇ ਬੈਠੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਦਾ ਇੱਕ ਵੱਡਾ ਇਕੱਠ, ਕੋਲ ਪਏ ਨਵੇਂ ਨਕੋਰ ਅਟੈਚੀ ਨਾਲ ਖਲੋਤੀ ਕਾਲੇ ਰੰਗ ਦੀ ਸਕਾਰਪੀਓ, ਸੀਟਾਂ ਤੇ ਲੱਗਾ ਨਵਾਂ ਨਕੋਰ ਪਲਾਸਟਿਕ। ਪਾਸੇ ਬੈਠਾ ਬਸੰਤ ਸਿੰਘ ਚਿਰਾਂ ਮਗਰੋਂ ਅਮਰੀਕਾ ਤੋਂ ਆਏ ਆਪਣੇ ਵੱਡੇ ਭਰਾ ਸੁੰਦਰ ਸਿੰਘ ਵੱਲ ਵੇਖੀ ਜਾ ਰਿਹਾ, ਸੋਚ ਰਿਹਾ ਸੀ ਕਿੰਨਾ ਕਿਸਮਤ ਵਾਲਾ ਹੈ। ਦੋਵੇਂ ਮੁੰਡੇ ਚੰਗੀ ਤਰ੍ਹਾਂ ਸੈੱਟ, ਕਰੋੜਾਂ 'ਚ ਖੇਡਦੇ, ਇੱਥੇ ਬਣੀ ਬਣਾਈ ਕਿੰਨੀ ਸਾਰੀ ਪੈਲੀ, ਨਵੀਂ ਪਾਈ ਵੱਡੀ ਸਾਰੀ ਕੋਠੀ, ਪੈਸੇ ਧੇਲਾ, ਸੁੱਖ ਸਹੂਲਤਾਂ, ਸਭ ਕੁਝ। ਫਿਰ ਅਮਰੀਕਾ ਜਾਣ ਦੇ ਚੱਕਰ 'ਚ ਮੈਕਸੀਕੋ ਦੇ ਜੰਗਲਾਂ 'ਚ ਡੌਂਕੀ ਲਾਉਂਦੇ ਕਿਧਰੇ ਗਵਾਚ ਗਏ ਆਪਣੇ ਜਵਾਨ ਪੁੱਤ ਨੂੰ ਯਾਦ ਕਰ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਨਾਲ ਹੀ ਚੋਰ ਅੱਖ ਨਾਲ ਉਸ ਵੱਲ ਵੇਖੀ ਜਾ ਰਿਹਾ ਬਾਹਰੋਂ ਆਇਆ ਸੁੰਦਰ ਸਿੰਘ ਵੀ ਰੋ ਪਿਆ। ਉਹਨੇ ਛੇਤੀ ਨਾਲ ਉੱਠ ਭਰਾ ਬਸੰਤ ਸਿੰਘ ਨੂੰ ਕਲਾਵੇ ਵਿੱਚ ਲੈ ਲਿਆ। ਵੇਖਣ ਵਾਲੇ ਸੋਚ ਰਹੇ ਸਨ ਸ਼ਾਇਦ ਚਿਰਾਂ ਬਾਅਦ ਮਿਲੇ 2 ਭਰਾ ਮਨ ਹੌਲਾ ਕਰ ਰਹੇ, ਪਰ ਦੋਵੇਂ ਪਾਸੇ ਅੰਦਰ ਲੱਗੀ ਇੱਕ ਵੱਡੀ ਅੱਗ ਕਿਸੇ ਨੂੰ ਨਹੀਂ ਸੀ ਦਿਸ ਰਹੀ। ਬਸੰਤ ਸਿੰਘ ਵਾਲਾ ਇੰਨੀ ਘਾਲਣਾ ਮਗਰੋਂ ਵੀ ਅਮਰੀਕਾ ਨਾ ਅੱਪੜ ਸਕਿਆ ਤੇ ਸੁੰਦਰ ਸਿੰਘ ਦੇ ਦੋਵੇਂ ਪਿਛਲੇ 35 ਸਾਲਾਂ 'ਚ ਇੱਕ ਵੇਰ ਵੀ ਅਮਰੀਕਾ ਤੋਂ ਪੰਜਾਬ ਨਹੀਂ ਸਨ ਆਏ। ਅਖੇ ਘੱਟਾ ਉੱਡਦਾ ਹੈ, ਗੋਹੇ ਦੀ ਬੋ ਆਉਂਦੀ ਹੈ। ਦੋਸਤੋ, ਇੱਥੇ ਹਰ ਬੰਦਾ ਜੰਗ ਲੜ ਰਿਹਾ ਹੈ ਆਪਣੇ ਆਪ ਨਾਲ, ਖੁਦ ਦੀਆਂ ਅਧੂਰੀਆਂ ਰਹਿ ਗਈਆਂ ਖੁਆਇਸ਼ਾਂ ਨਾਲ। ਚਾਹੇ ਲੱਖਪਤੀ ਹੋਵੇ ਚਾਹੇ ਕੱਖਪਤੀ, ਜਿੱਤਦਾ ਸਿਰਫ ਉਹੀ ਹੈ ਜਿਹੜਾ ਦੂਜਿਆਂ ਤੋਂ ਆਸ ਰੱਖਣੀ ਬੰਦ ਕਰ ਮਨ 'ਚ ਇੰਨੀ ਗੱਲ ਵਸਾ ਲਵੇ ਕਿ 100% ਸੱਧਰਾਂ ਸਿਰਫ ਉਸਦੀ ਸ਼ਰਨ 'ਚ ਆਇਆਂ ਹੀ ਪੂਰੀਆਂ ਹੋਣੀਆਂ। ਅਸਲ ਵਰਤਾਰੇ ਦਾ ਵਾਰਤਕ ਰੂਪ। ਧੰਨਵਾਦ। ਕਹਾਣੀ। ਛੀਨੇ ਸਟੇਸ਼ਨ ਦੀ ਪੂਰਬੀ ਬਾਹੀ ਤੇ ਸਾਡੇ ਸਰਕਾਰੀ ਕੁਆਟਰ ਕੋਲ ਦੀ ਵਗਦੇ ਰਾਹ ਤੇ ਮਿਲੇ ਰੇਲਵੇ ਦੀ ਜ਼ਮੀਨ ਤੇ ਪਿਤਾ ਜੀ ਨੇ ਕਿੰਨੀ ਸਾਰੀ ਸਬਜ਼ੀ ਲਾਈ ਹੁੰਦੀ ਸੀ। ਉਹ ਕੱਲੀ ਸਬਜ਼ੀ ਦੀ ਬਿੜਕ ਰੱਖਿਆ ਕਰਦੇ, ਪੁੱਛ ਕੇ ਭਾਵੇਂ ਕੋਈ ਝੋਲਾ ਭਰ ਲੈ ਜਾਏ, ਪਰ ਚੋਰੀ ਬਿਲਕੁਲ ਵੀ ਨਹੀਂ ਸੀ ਕਰਨ ਦਿਆ ਕਰਦੇ। ਇੱਕ ਵਾਰ 3 ਖੀਰੇ ਚੋਰੀ ਹੋ ਗਏ, ਫਿਰ ਅਗਲੀ ਵੇਰ ਕੋਈ ਕਿੰਨੇ ਸਾਰੇ ਟਮਾਟਰ ਤੋੜ ਕੇ ਲੈ ਗਿਆ, ਪਰ ਪਤਾ ਨਾ ਲੱਗਿਆ। ਕਿਸੇ ਦੱਸਿਆ ਕਿ ਮੂੰਹ ਨੇਰੇ ਧਾਰੀਵਾਲ ਵਾਲੇ ਪਾਸਿਓਂ ਆਉਂਦੀ ਸਵਾਰੀ ਗੱਡੀ ਵਿੱਚੋਂ ਇੱਕ ਬੁੱਢੀ ਮਾਤਾ ਉਤਰਦੀ ਏ, ਇਹ ਉਹਦਾ ਹੀ ਕੰਮ ਏ। ਇੱਕ ਵੇਰ ਪਿਤਾ ਜੀ ਨੇ ਰੋਕ ਲਿਆ, ਅੱਗਿਓਂ ਰੋ ਪਈ। ਅਖੇ ਇੱਥੇ ਕੋਲ ਹੀ ਨਿੱਕੇ ਘੁੰਮਣੀ ਧੀ ਵਿਆਹੀ ਏ, ਢਿੱਲੀ ਮੱਠੀ ਰਹਿੰਦੀ ਏ, ਅਕਸਰ ਪਤਾ ਲੈਣ ਆਉਣਾ ਪੈਂਦਾ ਹੈ। 4 ਕੁ ਸਾਲਾਂ ਦਾ ਦੋਤਾ ਹਰ ਵੇਰ ਖਹਿੜੇ ਪੈ ਜਾਂਦਾ ਕਿ ਨਾਨੀ ਮੇਰੇ ਕੇਲੇ ਕਿੱਥੇ ਨੇ। ਕੋਲ ਮਸੀਂ ਕਿਰਾਏ ਜੋਗੇ ਹੀ ਹੁੰਦੇ, ਨਾਲੇ ਏਡੀ ਸਵਖਤੇ ਕੋਈ ਰੇੜੀ ਵੀ ਨਹੀਂ ਹੁੰਦੀ। ਆਹ ਸਭ ਕੁਝ ਬਸ ਉਸੇ ਜਿਉਣ ਜੋਗੇ ਲਈ ਕਰਨਾ ਪੈਂਦਾ, ਲੂਣ ਲਾ ਕੇ ਦੇ ਦੇਵਾਂ ਤਾਂ ਵਰਚ ਜਾਂਦਾ ਹੈ। ਪਿਤਾ ਜੀ ਕੋਲੋਂ ਪੂਰੀ ਕਹਾਣੀ ਨਾ ਸੁਣੀ ਗਈ ਤੇ ਚੋਰੀ ਅੱਖੀਆਂ ਪੂੰਝਦੇ ਹੋਏ ਉਹਨਾਂ ਕੋਲ ਖਲੋਤੀ ਨੂੰ ਕਲਾਵੇ 'ਚ ਲੈ ਲਿਆ, ਮਗਰੋਂ ਸਬਜ਼ੀ ਦਾ ਝੋਲਾ ਭਰ ਤੋਰ ਦਿੱਤਾ। ਆਖਣ ਲੱਗੇ, ਨਿੱਕੇ ਨੂੰ ਆਖੀ ਇਹ ਸਾਰਾ ਕੁਝ ਉਹਦੇ ਮਾਮੇ ਨੇ ਘੱਲਿਆ। ਇੱਕ ਵੇਰ ਨਾਲ ਕੰਮ ਕਰਦੇ ਹਿਮਾਚਲੀ ਨੇ ਪੁੱਛ ਲਿਆ, ਸਰਦਾਰ ਜੀ ਖਾਦ ਮੈਂ ਵੀ ਪਾਉਣਾ, ਪਾਣੀ ਵੀ ਲਾਉਣਾ, ਪਰ ਖੀਰਿਆਂ ਦੀਆਂ ਵੱਲਾਂ ਪਤਾ ਨਹੀਂ ਕਿਉਂ ਸੁੱਕ ਜਾਂਦੀਆਂ, ਦੱਸੋ ਕੀ ਕਰਾਂ। ਅੱਗੋਂ ਹੱਸ ਪਏ ਤੇ ਆਖਣ ਲੱਗੇ, ਨਾਨੀਆਂ ਨੂੰ ਉਡੀਕਦੇ ਨਿੱਕੇ ਦੋਤਿਆਂ ਨੂੰ
ਉਹਨਾਂ ਦਾ ਬਣਦਾ ਹਿੱਸਾ ਵੀ ਜ਼ਰੂਰ ਘੱਲਣਾ ਪੈਂਦਾ ਹੈ, ਵਰਨਾ ਜਿੰਨੀ ਮਰਜ਼ੀ ਖਾਦ ਪਾਈ ਜਾਓ ਵੱਲਾਂ ਸੁੱਕਦੀਆਂ ਹੀ ਰਹਿੰਦੀਆਂ। ਧੰਨਵਾਦ। ਦੀ ਕਹਾਣੀ। ਅੱਜ ਫੇਰ ਕਲੇਸ਼ ਪਿਆ ਹੋਇਆ ਸੀ। ਵਜ੍ਹਾ ਜਵਾਕਾਂ ਦੀ ਫੀਸ ਤੇ ਹੋਰ ਖਰਚੇ। ਅੱਜ ਫੇਰ ਬਿਨਾਂ ਰੋਟੀ ਖਾਧੀ ਹੀ ਨਿਕਲ ਆਉਣਾ ਪਿਆ। ਅੱਗੇ ਫਾਟਕ ਬੰਦ। ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇੱਕ ਨਵਾਂ ਨਕੋਰ ਬੂਟ ਪਿਆ ਸੀ। ਸਟਿੱਕਰ ਵੀ ਅਜੇ ਉਂਝ ਦਾ ਉਂਝ, ਉੱਤੇ ਨਿੱਕੀ ਜਿਹੀ ਇੱਕ ਬਿੱਲੀ ਵੀ ਬਣੀ। ਪਤਾ ਨਹੀਂ ਉਹ ਕਿੰਨਾ ਕੁ ਰੋਂਦਾ ਹੋਏਗਾ, ਜ਼ਰੂਰ ਪੈਰ ਸੌਂ ਗਿਆ ਹੋਣਾ ਜਦ ਮਗਰ ਬੈਠੀ ਮਾਂ ਦੀ ਅੱਖ ਲੱਗ ਗਈ ਹੋਣੀ ਹੈ। ਮਾਤੜ ਨੇ ਪਤਾ ਨਹੀਂ ਕਿੰਨੀਆਂ ਕਿਰਸਾਂ ਕਰਕੇ ਲੈ ਕੇ ਦਿੱਤੇ ਹੋਣਾ, ਤੇ ਹੁਣ ਇੱਕ ਦਾ ਕੀ ਕਰੂ, ਪਤਾ ਨਹੀਂ ਆਪੇ ਵਿੱਚ ਵੀ ਕਿੰਨਾ ਕੁ ਲੜਦੇ ਹੋਣੇ ਆ। ਇੱਕ ਦੂਜੇ ਦਾ ਕਸੂਰ ਕੱਢਦੇ ਹੋਏ ਉਹ ਆਖਦੀ ਹੋਣੀ ਹੈ ਵੀ ਹੁਣ ਹੋਰ ਨਵੇਂ ਲੈ ਕੇ ਦੇ। ਉਹ ਅੱਗੋਂ ਸੋਚਦਾ ਹੋਣਾ ਅਜੇ ਹੁਣੇ ਤਾਂ ਮਸੀਂ ਲੈ ਕੇ ਦਿੱਤੇ ਸੀ, ਹੁਣ ਐਡੀ ਛੇਤੀ ਫੇਰ ਨਵੇਂ ਕਿੱਥੋਂ। ਅਜੇ ਸੋਚਾਂ ਦੀ ਘੁੰਮਣ ਘੇਰੀ ਚੁੰਝੀ ਸੀ ਕਿ ਫਾਟਕ ਖੁੱਲ ਗਿਆ। ਸ਼ਸ਼ੂ ਪੰਚ ਪੈ ਗਿਆ। ਹੁਣ ਇਸ ਬੂਟ ਦਾ ਕੀ ਕੀਤਾ ਜਾਏ। ਬਿੰਦ ਕੁ ਸੋਚਿਆ, ਫਿਰ ਹੇਠੋਂ ਚੁੱਕ ਹੈਂਡਲ ਨਾਲ ਬੰਨ ਲਿਆ। ਅੱਧੇ ਕਿਲੋਮੀਟਰ ਤੇ ਇੱਕ ਜੋੜਾ ਅੱਗਿਓਂ ਪੈਦਲ ਤੁਰਿਆ ਆਉਂਦਾ ਦਿਸ ਪਿਆ। ਕੁਝ ਲੱਭਦਾ ਹੋਇਆ। ਡੰਡੇ ਤੇ ਬੈਠਾ ਕਦੇ ਦਾ ਰੋ ਰਿਹਾ ਇੱਕ ਬੱਚਾ ਹੁਣ ਸ਼ਾਇਦ ਹੌਕਿਆਂ ਤੇ ਆ ਗਿਆ ਸੀ। ਉਹਦੀ ਮਾਂ ਲਗਾਤਾਰ ਹੀ ਕੁਝ ਆਖੀ ਜਾ ਰਹੀ ਸੀ ਤੇ ਬਾਪ ਚੁੱਪਚਾਪ ਸਾਈਕਲ ਰੇੜੀ ਤੁਰਿਆ ਆਉਂਦਾ ਸਭ ਕੁਝ ਸੁਣੀ ਜਾ ਰਿਹਾ ਸੀ ਤੇ ਨਾਲ ਹੀ ਇੱਧਰ ਉੱਧਰ ਵੀ ਵੇਖਦਾ ਹੋਇਆ, ਕੋਈ ਕੀਮਤੀ ਸ਼ੈ ਭਾਲਦਾ ਹੋਇਆ। ਮੈਂ ਕੋਲ ਜਾ ਕੇ ਬ੍ਰੇਕ ਮਾਰ ਲਈ, ਹੈਂਡਲ ਨਾਲ ਬੰਨਿਆ ਬੂਟ ਵਿਖਾਇਆ ਤੇ ਪੁੱਛਿਆ, ਇਹੀ ਤਾਂ ਨਹੀਂ ਸੀ ਲੱਭ ਰਹੇ। ਇਹ ਤੋਂ ਪਹਿਲਾਂ ਕਿ ਕੁਝ ਆਖਦੇ ਬੱਚਾ ਛੇਤੀ ਨਾਲ ਹੇਠਾਂ ਉੱਤਰ ਭੱਜ ਕੇ ਕੋਲ ਆਇਆ ਤੇ ਮੇਰੇ ਹੱਥੋਂ ਬੂਟ ਖੋਹ ਲਿਆ। ਲੜਾਈ ਮੁੱਕ ਗਈ ਤੇ ਬੱਚਾ ਹੁਣ ਖਿੜਖੜਾ ਕੇ ਹੱਸ ਰਿਹਾ ਸੀ। ਭੁੱਖ ਨਾਲ ਹਾਲੋਂ ਬੇਹਾਲ ਹੋ ਗਏ ਨੇ। ਮੈਨੂੰ ਇੰਜ ਲੱਗਾ ਜਿੱਦਾਂ ਸੜਕ ਕੰਢੇ ਲਾਏ ਅਗਿਆਤ ਲੰਗਰ ਵਿੱਚੋਂ ਕਿਸੇ ਨੇ ਵੱਡੀ ਸਾਰੀ ਪਲੇਟ ਭਰ ਮੇਰੇ ਅੱਗੇ ਰੱਖ ਦਿੱਤੀ ਹੋਵੇ। ਸ਼ਾਮੀ ਪਰਤਿਆ ਤਾਂ ਸੁੱਖ ਸ਼ਾਂਤੀ ਸੀ। ਧੀ ਦੱਸਣ ਲੱਗੀ, ਅੱਜ ਮੰਮੀ ਦੀ ਕਮੇਟੀ ਨਿਕਲੀ ਏ, ਨਾਲੇ ਇੱਕ ਗਿਫਟ ਵੀ। ਮੈਂ ਆਖਿਆ ਮੇਰੀ ਵੀ ਨਿਕਲੀ ਸੀ, ਪਰ ਮੈਂ ਉੱਥੇ ਹੀ ਛੱਡ ਆਇਆ। ਉਹਨੂੰ ਸਮਝ ਨਾ ਲੱਗੀ, ਸੋਚ ਰਹੀ ਸੀ ਭਲਾ ਬਿਨਾਂ ਕਮੇਟੀ ਪਾਇਆ ਕਿੱਦਾਂ ਨਿਕਲ ਸਕਦੀ ਏ। ਕਮਲੀ ਨੂੰ ਕਿੱਦਾਂ ਸਮਝਾਉਂਦਾ ਕਿ ਜ਼ਰੂਰ ਨਿਕਲਦੀ ਏ। ਬਸ ਹੇਠਾਂ ਡਿੱਗੇ ਬੂਟ ਕੁਝ ਚਿਰ ਲਈ ਹੈਂਡਲ ਨਾਲ ਬੰਨਣੇ ਪੈਂਦੇ ਹੈ। ਧੰਨਵਾਦ। ਕਹਾਣੀ। ਅਮਰੀਕੀ ਪਰਿਵਾਰ। ਇੱਕ ਬੱਚੇ ਨੇ ਜਨਮ ਲਿਆ, ਵੱਡਾ ਹੋਇਆ, ਹੱਡ ਭੰਨਵੀਂ ਮਿਹਨਤ ਕੀਤੀ, ਪਾਰਟ ਟਾਈਮ ਜੌਬਾਂ ਕੀਤੀਆਂ, ਟੌਪ ਕਲਾਸ ਮੈਡੀਕਲ ਸਕੂਲ 'ਚ ਦਾਖਲਾ ਲਿਆ, ਫਿਰ ਵਜ਼ੀਫਾ, ਫਿਰ 5-6 ਸਾਲ ਦੀ ਹੋਰ ਸਖਤ ਮਿਹਨਤ ਤੋਂ ਬਾਅਦ ਡਿਗਰੀ ਹਾਸਲ ਕੀਤੀ। ਫਿਰ ਇੱਕ ਬਹੁਤ ਹੀ ਵੱਡੇ ਹਸਪਤਾਲ 'ਚ 1 ਸਾਲ ਵਲੰਟੀਅਰ ਕੰਮ ਕੀਤਾ। ਰਿਸਰਚ ਕਰਨ ਹੋਰ ਵੱਡੀ ਯੂਨੀਵਰਸਿਟੀ 'ਚ ਦਾਖਲਾ ਲੈ ਲਿਆ। ਉੱਥੇ ਵੀ 3 ਸਾਲ ਹੱਡ ਭੰਨਵੀਂ ਮਿਹਨਤ ਕੀਤੀ ਤੇ ਹੋਰ ਬਥੇਰੇ ਪਾਪੜ ਵੇਲੇ। ਫਿਰ PhD ਦੀ ਡਿਗਰੀ ਤੇ ਸਪੈਸ਼ਲਿਟੀ ਵਾਸਤੇ 2 ਸਾਲ ਹੋਰ ਪੜ੍ਹਨਾ ਪਿਆ। ਅੱਧੀ ਉਮਰ ਲੰਘ ਗਈ, ਵਾਲ ਚਿੱਟੇ ਹੋ ਗਏ, ਪਰ ਬਹਾਦਰ ਇਨਸਾਨ ਨੇ ਹੌਸਲਾ ਨਾ ਛੱਡਿਆ। ਆਖਰ ਮਿਹਨਤ ਰੰਗ ਲਿਆਈ, ਡਾਕਟਰ ਬਣ ਗਿਆ। ਬਚਪਨ ਤੋਂ ਇੱਕ ਸੁਪਨਾ ਪਾਲ ਰੱਖਿਆ ਸੀ ਕਿ ਜਿਸ ਦਿਨ ਪੂਰਾ ਡਾਕਟਰ ਬਣਿਆ ਇੰਡੀਆ ਜਾ ਕੇ ਤਾਜ ਮਹਿਲ ਜ਼ਰੂਰ ਵੇਖਣਾ ਹੈ। ਘੁੰਮਦਿਆਂ ਕੋਈ ਬੋਲਣ ਦੀ ਦਿੱਕਤ ਨਾ ਆਵੇ, ਕਲਾਸਾਂ ਲਾ ਕੇ ਹਿੰਦੀ ਪੜ੍ਹਨੀ ਤੇ ਲਿਖਣੀ ਸਿੱਖੀ। ਪਹਿਲੀ ਤਨਖਾਹ ਮਿਲਦਿਆਂ ਫਲਾਈਟ ਫੜ ਲਈ, ਦਿੱਲੀ ਹਵਾਈ ਅੱਡੇ ਤੇ ਉਤਰ ਟੈਕਸੀ ਕਰ ਸਿੱਧਾ ਆਗਰੇ ਪਹੁੰਚ ਗਿਆ। ਉਤਰਦਿਆਂ ਹੀ ਅਚਾਨਕ ਸੜਕ ਕੰਢੇ ਲੱਗੀ ਕਿਤਾਬਾਂ ਤੇ ਰਸਾਲਿਆਂ ਦੀ ਰੇਹੜੀ ਤੇ ਨਜ਼ਰ ਪੈ ਗਈ। ਬੇਧਿਆਨੀ 'ਚ ਪਤਲੀ ਜੀ ਕਿਤਾਬ ਚੁੱਕ ਲਈ, ਕੁਝ ਪੜ੍ਹਿਆ, ਦੂਜੀ ਵਾਰ ਫੇਰ ਧਿਆਨ ਨਾਲ ਪੜ੍ਹਿਆ ਤੇ ਨਾਲ ਹੀ ਦਿਲ ਦਾ ਦੌਰਾ ਪੈ ਗਿਆ ਤੇ ਤਾਜ ਮਹਿਲ ਵੇਖਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। किताब दे कवर पेज पे लिखा सी 30 दिनों में डॉक्टर बने। किताब की कीमत सिर्फ 20 रुपए, 3 के साथ 1 फ्री। धन्यवाद।